श्री वाहिगुरु साहिब जीओ। एक ओंकार सतनाम करता पुरख निरभौ निर्वैर अकाल मूरत अजूनी सैभं गुरप्रसाद। सतनाम जी। श्री राग महला तीजा। जिन्नी सुन कै मन्निया तिन्ना निज घर वास। गुरमति सा लाहे सच हर पाया गुणतास। शब्द रते से निर्मले हों सद बलिहारै जास। हिरदै जिनकै हर वसै तित घट है प्रगास। मन मेरे हर हर निर्मल ध्याए धुर मस्तक जिनको लिखिया। से गुरमुख रहे लिवलाए रहाओ। हर संतो देखो नदर कर निकट वसै भरपूर। गुरमत जिनी पछाणिया से देखै सदा हदूर। जिन गुण तिन सद मन वसै औ गुणवंतियां दूर। मन मुख गुण तै बाहरे बिन नावै मरदे झूर। जिन शब्द गुरु सुन मन्निया तिन मन ध्याया हर सोए। अन दिन भगती रतियां मन तन निर्मल होए। कूड़ा रंग कुसुम्भ का बिन सजाए दुख रोए। जिस अंदर नाम प्रगास है ओहो सदा सदा थिर होए। एह जन्म पदार्थ पाए कै हर नाम न चेतै लिव लाए। पग खिसियै रहना नहीं आगै ठौर न पाए। ओह वेला हथ न आवई अंत गया पछोताए। जिस नदर करे सो उबरै हर सेती लिवलाए। देखा देखी सब करे मन मुख बूझ न पाए। जिन गुरमुख हिरदा शुद्ध है सेव पई तिन थाएं। हर गुण गावैं हर नित पढ़ैं हर गुण गाए समाए। नानक तिनकी बाणी सदा सच है जे नाम रहे लिव लाए। नानक तिनकी बाणी सदा सच है जे नाम रहे लिव लाए। वाहिगुरु जी का खालसा वाहिगुरु जी की फतेह। जुगो जुग अटल चवर छत्र तख्त दे मालिक हाजरा हजूर शब्द गुरु धन धन श्री गुरु ग्रंथ साहिब महाराज जी दी कोटान कोटान किरपा रहमत ते बख्शिश बनी है। जो हर रोज़ की तरह सतगुरु जी त्रुठे ने लड़ीवार धन धन श्री गुरु ग्रंथ साहिब जी दी जो आपां सहज पाठ प्रारंभ कीते हैं। रोज़ाना ही एक शब्द का सहज पाठ करते हैं ते नाल ओदी विचार भी करते हैं। फिर धन श्री गुरु ग्रंथ साहिब जी की पावन विचार का
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 27 ਦੇ ਉੱਪਰ ਸੁਭਾਇਮਾਨ ਹੈ ਤੇ ਇਹ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਇਹ ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਚੌਥਾ ਸ਼ਬਦ ਹੈ ਤੇ ਸ਼ਬਦ ਸ਼੍ਰੀ ਰਾਗ ਦੇ ਵਿੱਚ ਜਿਹੜੀ ਇਹਦੀ ਗਿਣਤੀ ਹੈ ਉਹ 37 ਨੰਬਰ ਗਿਣਤੀ ਹੈ, 37 ਨੰਬਰ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੇ ਵਿਚਾਰ ਕਰਦੇ ਹਾਂ, ਇਹਦੇ ਵਿੱਚ ਇੱਕ ਚੀਜ਼ਾਂ ਬੜੀਆਂ ਧਿਆਨਪੂਰਵਕ ਸਮਝਣ ਵਾਲੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਰਤਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜੁੜਦੇ ਹਨ ਤੇ ਬਾਰ-ਬਾਰ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਜੋੜਨ ਦਾ ਤੇ ਸਾਨੂੰ ਜੋੜਨ ਦਾ ਯਤਨ ਕਰਦੇ ਹਨ। ਇਵੇਂ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਤਨੇ ਵੀ ਉਹਨਾਂ ਦੇ ਸ਼ਬਦ ਤੁਹਾਡੇ ਸਨਮੁਖ ਆਉਣਗੇ, ਸਾਰਿਆਂ ਦੇ ਵਿੱਚ ਇੱਕ ਗੱਲ ਦੀ ਜਿਹੜੀ ਉਹ ਬਾਰ-ਬਾਰ ਗੱਲ ਕਰਨਗੇ, ਉਹ ਇਹੀ ਗੱਲ ਕਰਨਗੇ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ, ਮੇਰੇ ਗੁਰੂ ਦੀ ਰਹਿਮਤ ਨਾਲ, ਸ਼ਬਦ ਗੁਰੂ ਦੀ ਬਖਸ਼ਿਸ਼ ਨਾਲ ਮੈਂ ਅਕਾਲ ਪੁਰਖ ਨੂੰ ਜਾਣਿਆ ਤੇ ਸਮਝਿਆ ਤੇ ਮੇਰੇ ਜੀਵਨ ਦੇ ਵਿੱਚ ਸੱਚ ਜਾਣਿਓ ਗੁਰੂ ਸ਼ਬਦ ਨਾਲ ਜੁੜ ਕੇ ਪ੍ਰਗਾਸ ਹੋਇਆ ਤੇ ਮੇਰਾ ਜੀਵਨ ਸੱਚ ਦੇ ਰਸਤੇ ਤੇ ਤੁਰਨ ਲੱਗ ਪਿਆ। ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਬੜੇ ਬੈਰਾਗ ਦੇ ਸ਼ਬਦ ਉਚਾਰਨ ਕੀਤੇ ਹਨ। ਬੜੀ ਵਿਛੋੜੇ ਦੀ ਤੜਫ ਮਿਲਦੀ ਹੈ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਪਾਵਨ ਸ਼ਬਦਾਂ ਦੇ ਵਿੱਚੋਂ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ ਹੀ ਹੈ ਤੇ 27 ਨੰਬਰ ਪੰਨਾ ਹੈ ਤੇ 37 ਨੰਬਰ ਇਹ ਪਾਵਨ ਸ਼ਬਦ ਹੈ। ਤੋ ਸਤਿਗੁਰੂ ਜੀ ਦੇ ਪਾਵਨ ਰਹਾਉ ਦੇ ਬੰਦ ਤੋਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਸਾਹਿਬ ਜੀ ਕਹਿੰਦੇ, ਮਨ ਮੇਰੇ ਹਰ ਹਰ ਨਿਰਮਲ ਧਿਆਏ। ਕਹਿੰਦੇ, ਹੇ ਮੇਰੀ ਜਿੰਦੜੀਏ, ਉਹ ਪਰਿਪੂਰਨ ਪਰਮਾਤਮਾ ਜੋ ਮੈਲ ਤੋਂ ਰਹਿਤ ਆ ਨਾ, ਸਦਾ ਉਹਨੂੰ ਯਾਦ ਕਰਿਆ ਕਰ, ਉਹਨੂੰ ਹੀ ਦ੍ਰਿੜਤਾ ਦੇ ਨਾਲ ਆਪਣੇ ਜੀਵਨ ਦੇ ਵਿੱਚ ਚੇਤੇ ਕਰਿਆ ਕਰ। ਕਿਉਂਕਿ ਜ਼ਾਹਿਰਾ ਜੀ ਗੱਲ ਹੈ, ਜੇ ਮੈਲੇ ਮਨੁੱਖ ਨੂੰ ਯਾਦ ਕਰਾਂਗੇ ਸਾਡਾ ਮਨ ਮੈਲਾ ਹੋਊਗਾ। ਜੇ ਦੁਰਾਚਾਰੀ ਕਿਸੇ ਨੂੰ ਚੇਤੇ ਬਾਰ-ਬਾਰ ਕਰਾਂਗੇ, ਹੁਣ ਅਸੀਂ ਸੁਭਾਵਕ ਬੈਠੇ ਹਾਂ, ਇੱਕਦਮ ਸਾਨੂੰ ਕੋਈ ਪੁਰਾਣੀ ਗੱਲ ਕਿਸੇ ਦੀ ਕਹੀ ਹੋਈ ਚੇਤੇ ਆ ਜਾਵੇ ਜੋ ਸਾਨੂੰ ਜ਼ਖਮ ਦੇ ਜਾਵੇ। ਹੁਣ ਉਹ ਮਨੁੱਖ ਤੇ ਉੱਥੇ ਹੈ ਕੋਈ ਨਹੀਂ, ਉਹਨੇ ਪਤਾ ਨਹੀਂ ਕਈ ਸਮਾਂ ਪਹਿਲਾਂ ਉਹ ਗੱਲ ਸਾਨੂੰ ਕਹੀ ਹੋਊਗੀ, ਪਰ ਉਹ ਗੱਲ ਇੰਨੀ ਮੈਲੀ ਸੀ, ਇੰਨੀ ਦੁਖਦਾਈ ਸੀ ਕਿ ਹੁਣ ਵੀ ਜਦੋਂ ਕਿਤੇ ਅਸੀਂ ਚੇਤੇ ਕਰਦੇ ਹਾਂ ਤੇ ਉਸ ਮਨੁੱਖ ਦੀ ਯਾਦ ਤੇ ਉਹਦਾ ਚੇਤਾ ਸਾਡੇ ਅੰਦਰ ਮੈਲ ਭਰਦਾ ਹੈ, ਕ੍ਰੋਧ ਭਰਦਾ ਹੈ। ਇਹਦਾ ਮਤਲਬ ਕਿ ਅਸਰ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਹੈ ਵਿਚਾਰਾਂ ਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ, ਛੱਡ ਪਰੇ ਹਰ ਵਕਤ ਉਸ ਨਿਰਮਲ ਪ੍ਰਮਾਤਮਾ ਨੂੰ ਹੀ ਚੇਤੇ ਕਰਿਆ ਕਰ। ਆ ਸੰਸਾਰੀ ਲੋਕਾਂ ਨੂੰ ਯਾਦ ਕਰਨਾ ਛੱਡ ਦੇ। ਇਹ ਸੰਸਾਰੀ ਲੋਕ ਸਿਰਫ ਦੁਖਦਾਈ ਨੇ, ਤਕਲੀਫ ਦੇਣ ਵਾਲੇ ਨੇ, ਪਰ ਉਹ ਪਰਿਪੂਰਨ ਪ੍ਰਮਾਤਮਾ ਮੈਲ ਤੋਂ ਰਹਿਤ ਹੈ, ਨਿਰਮਲ ਹੈ। ਜਿੰਨੀ ਵਾਰੀ ਉਹਨੂੰ ਯਾਦ ਕਰੇਗਾ ਉਨੀ ਵਾਰੀ ਮਨ ਨਿਰਮਲ ਹੋਵੇਗਾ, ਕਿਉਂਕਿ ਉਹਦੇ ਨਾਲ ਕੋਈ ਦੁਸ਼ਮਣੀ, ਕੋਈ ਲੜਾਈ ਝਗੜਾ ਨਹੀਂ। ਉਹ ਅਵਗੁਣਾਂ ਦਾ ਮਾਰਿਆ ਨਹੀਂ, ਉਹ ਗੁਣਾਂ ਦਾ ਧਾਰਨੀ ਹੈ। ਨਿਰੰਕਾਰ ਦੇ ਵਿੱਚ ਬੇਅੰਤ ਗੁਣ ਨੇ, ਉਹਨਾਂ ਨੂੰ ਯਾਦ ਕਰੇਗਾ, ਸੱਚ ਨੂੰ ਕਬੂਲ ਕਰੇਗਾ, ਇਹ ਮੈਲ ਮਨ ਤੋਂ ਵਿਕਾਰਾਂ ਦੀ ਉਤਰਦੀ ਜਾਊਗੀ ਤੇ ਨਿਰਮਲ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਦੀ ਜਾਵੇਗੀ। ਮਨ ਮੇਰੇ ਹਰ ਹਰ ਨਿਰਮਲ ਧਿਆਏ। ਹੇ ਮੇਰੇ ਮਨ, ਹਰ ਵਕਤ ਮੈਲ ਤੋਂ ਰਹਿਤ ਸੋਹਣੇ ਪਰਿਪੂਰਨ ਪ੍ਰਮਾਤਮਾ ਨੂੰ ਸਦਾ ਯਾਦ ਕਰਿਆ ਕਰ, ਸਦਾ ਉਹਨੂੰ ਜੀਵਨ ਦੇ ਵਿੱਚ ਵਸਾਇਆ ਕਰ। ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ। ਹੁਣ ਇੱਥੇ ਧਿਆਨ ਦੇਣਾ, ਤੁਰ ਮਸਤਕ ਸ਼ਬਦ ਆਇਆ। ਆਪਾਂ ਆਮ ਕਰਕੇ ਜਦੋਂ ਇੱਥੇ ਅਰਥ ਕਰਦੇ ਹਾਂ, ਆਪਾਂ ਇਹ ਕਹਿੰਦੇ ਵੀ ਜਿਹੜਾ ਮਨੁੱਖ ਪਹਿਲੇ ਸਮੇਂ ਤੋਂ ਹੀ ਲਿਖਾ ਕੇ ਲੈ ਕੇ ਆਇਆ ਉਹੀ ਬੰਦਗੀ ਕਰਦਾ। ਇੱਥੇ ਅਰਥ ਇਹ ਨਹੀਂ ਗੇ। ਸਾਡਾ ਧੁਰ ਕੀ ਹੈ, ਸਤਿਗੁਰੂ ਦੀ ਬਾਣੀ ਚੋਂ ਸਮਝੀਏ। ਬਾਰ-ਬਾਰ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ। ਧੁਰ ਕੀ ਹੈ? ਆਤਮਾ ਦਾ ਧੁਰ ਅਕਾਲ ਪੁਰਖ ਹੈ, ਪਰਮਾਤਮਾ। ਹੁਣ ਉਹ ਪਰਮਾਤਮਾ ਤੋਂ ਜਿਹੜੇ, ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਆਪਣੀ ਸਾਂਝ ਪਾ ਲਵਾਂਗੇ। ਹੁਣ ਬੱਤੀ ਕਿੱਥੋਂ ਆ ਰਹੀ ਹੈ? ਬੱਤੀ ਬਿਜਲੀ ਘਰ ਚੋਂ ਆ ਰਹੀ ਹੈ ਨਾ।
ਹੁਣ ਜੇ ਉੱਥੋਂ ਕੱਟ ਜਿਹੜਾ ਬਿਜਲੀ ਆਊਗੀ ਨਹੀਂ ਤੇ ਅੱਗੇ ਸਾਡੇ ਬਲਬ ਕਿਵੇਂ ਜਗਣਗੇ। ਇਵੇਂ ਹੀ ਹੈ, ਜਦ ਤੱਕ ਅਸੀਂ ਧੁਰ ਆਪਣੇ ਨਿਸ਼ਾਨੇ ਨਾਲ, ਆਪਣੇ ਅਸਲੇ ਪਰਮਾਤਮਾ ਨਾਲ ਨਹੀਂ ਜੁੜਦੇ, ਸਾਡੀ ਮੱਤ ਵਿੱਚ ਸੱਚ ਦਾ ਪ੍ਰਗਾਸ ਨਹੀਂ ਹੋ ਸਕਦਾ। ਸਿੰਪਲ ਜੀ ਗੱਲ ਹੈ। ਜਦ ਤੱਕ ਅਸੀਂ ਅਕਾਲ ਪੁਰਖ ਨੂੰ ਛੱਡ ਕੇ ਸੰਸਾਰ ਦੇ ਨਾਲ ਜੁੜੇ ਰਵਾਂਗੇ, ਮੋਹ ਮਾਇਆ ਪਦਾਰਥਾਂ ਨਾਲ ਜੁੜੇ ਰਵਾਂਗੇ, ਸਾਡੀ ਆਤਮਾ ਦੇ ਵਿੱਚ ਮੈਲ ਨਿਰੰਤਰ ਜਾਂਦੀ ਰਹੂਗੀ, ਨਿਰੰਤਰ ਸਾਡੀ ਮੱਤ ਮੈਲੀ ਹੁੰਦੀ ਜਾਵੇਗੀ। ਹੁਣ ਸਾਹਿਬ ਕਹਿੰਦੇ ਚਾਹੁੰਦਾ ਹੈ ਤੂੰ ਨਿਰਮਲ ਹੋਵੇਂ। ਹੁਣ ਜੇ ਇਸ ਪਰਿਪੂਰਨ ਪ੍ਰਮਾਤਮਾ ਨੂੰ ਯਾਦ ਕਰਨਾ ਹੈ, ਜੇ ਮਨ ਨੂੰ ਮੈਲ ਰਹਿਤ ਕਰਨਾ ਹੈ, ਨਿਰਮਲ ਕਰਨਾ ਹੈ, ਫਿਰ ਕਰ ਕੀ? ਧੁਰ ਮਸਤਕ। ਜਿਸ ਪਰਿਪੂਰਨ ਪ੍ਰਮਾਤਮਾ ਨੇ ਤੇਰੀ ਮੱਤ ਦਾ ਪ੍ਰਗਾਸ ਕੀਤਾ ਹੈ ਧੁਰ ਤੋਂ, ਜਿਸ ਧੁਰ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੀ ਸਾਂਝ ਪਾ, ਮਸਤਕ ਧੁਰ ਮਸਤਕ ਦੇ ਵਿੱਚ ਬੈਠੀ ਮੱਤ, ਮਸਤਕ ਦਾ ਸ਼ਬਦ ਹੈ ਮਸਤਕ, ਮੱਥਾ, ਮੱਥੇ ਵਿੱਚ ਕੀ ਹੈ? ਸਾਡੀ ਮੱਤ, ਬ੍ਰੇਨ, ਅਕਲ, ਸਮਝ। ਸਤਿਗੁਰੂ ਕਹਿੰਦੇ ਉਸ ਮੱਤ ਨੂੰ ਨਿਰੰਕਾਰ ਦੇ ਹੁਕਮ ਦੇ ਵਿੱਚ ਤੋਰ। ਧੁਰ ਮਸਤਕ ਜਿਨ੍ਹਾਂ ਨੇ ਆਪਣੀ ਮੱਤ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਲਿਆ, ਜਿਨ ਕੋ ਲਿਖਿਆ, ਫਿਰ ਉਹਨਾਂ ਦੀ ਇਸ ਮੱਤ ਦੇ ਵਿੱਚ ਸੱਚ ਦਾ ਗਿਆਨ, ਗੁਰਬਾਣੀ ਦੀ ਸੋਝੀ ਸਮਝ, ਪਰਮਾਤਮਾ ਦਾ ਪਿਆਰ, ਮਾਨਵਤਾ ਦੀ ਸਮਝ ਉਹਦੀ ਇਸ ਮੱਤ ਉੱਤੇ ਲਿਖੀ ਜਾਣ ਲੱਗੀ। ਸੇ ਗੁਰਮੁਖ ਰਹਿ ਲਿਵ ਲਾਏ। ਫਿਰ ਜਦੋਂ ਉਹ ਗੁਰੂ ਦੇ ਸਨਮੁਖ ਹੋ ਕੇ ਬਹਿਣ ਲੱਗੇ, ਗੁਰਮੁਖ ਦਾ ਅਰਥ ਹੈ ਗੁਰੂ ਜੀ ਦੇ ਸਨਮੁਖ ਹੋ ਕੇ ਬਹਿਣ ਲੱਗੇ, ਗੁਰੂ ਜੀ ਦੇ ਗਿਆਨ ਨੂੰ, ਗੁਰਬਾਣੀ, ਗੁਰੂ ਸ਼ਬਦ ਨੂੰ ਜੀਵਨ ਵਿੱਚ ਵਸਾਉਣ ਲੱਗੇ, ਸੇ ਗੁਰਮੁਖ। ਫਿਰ ਉਹ ਜਿਹੜੇ ਗੁਰੂ ਦੇ ਸਨਮੁਖ ਬਹਿਣ ਵਾਲੇ ਸਤਿਗੁਰੂ ਕੇ ਪਿਆਰੇ ਸਿੱਖ ਨੇ ਰਹਿ ਲਿਵ ਲਾਏ, ਉਹ ਦਿਨ ਰਾਤ, ਹਰ ਸਮੇਂ, ਹਰ ਪਲ, ਹਰ ਘੜੀ ਉਹਨਾਂ ਵਿੱਚ ਫਿਰ ਇੱਕ ਹੀ ਬਿਰਤੀ ਹੈ ਪ੍ਰੇਮ ਦੀ, ਉਹ ਪ੍ਰਮਾਤਮਾ ਦੀ। ਫਿਰ ਉਹ ਇੱਕ ਲਿਵਤਾਰ ਨਿਰੰਕਾਰ ਦੀ ਰਹਿਮਤਾਂ ਦੇ ਵਿੱਚ, ਉਹਦੇ ਸ਼ੁਕਰਾਨੇ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਦੇ ਮਸਤਕ ਦੇ ਵਿੱਚ ਫਿਰ ਹੋਰ ਕੋਈ ਅਨਮਤੀ ਖਿਆਲ, ਕੋਈ ਵਿਕਾਰੀ ਸੋਚ ਜਨਮ ਨਹੀਂ ਲੈਂਦੀ। ਧੁਰ ਮਸਤਕ ਜਿਨ ਕੋ ਲਿਖਿਆ, ਜਿਨ੍ਹਾਂ ਨੇ ਆਪਣੀ ਮੱਤ ਨੂੰ ਅਕਾਲ ਪੁਰਖ ਨਾਲ ਜੋੜ ਲਿਆ, ਅਕਾਲ ਪੁਰਖ ਦੀ ਸਮਝ ਤੇ ਪ੍ਰੇਮ ਦੇ ਨਾਲ ਆਪਣੀ ਮੱਤ ਨੂੰ ਜੋੜ ਲਿਆ, ਜਿਨ ਕੋ ਲਿਖਿਆ, ਫਿਰ ਉਹਨਾਂ ਨੇ ਆਪਣੀ ਮਸਤਕ ਦੇ ਵਿੱਚ ਸੱਚ ਦਾ ਗਿਆਨ, ਗੁਰੂ ਸ਼ਬਦ ਦਾ ਗਿਆਨ, ਗੁਰੂ ਦੇ ਸਨਮੁਖ ਹੋ ਕੇ ਆਪਣੀ ਮੱਤ ਦੇ ਉੱਤੇ ਲਿਖਣਾ ਸ਼ੁਰੂ ਕਰ ਲਿਆ, ਭਾਵ ਮੱਤ ਨੂੰ ਸੱਚ ਦੇ ਹੁਕਮ ਦੇ ਵਿੱਚ ਤੋਰਨਾ ਸ਼ੁਰੂ ਕਰ ਲਿਆ। ਰਹਿ ਲਿਵ ਲਾਏ, ਫਿਰ ਉਹ ਦਿਨ ਰਾਤ ਪਰਿਪੂਰਨ ਪ੍ਰਮਾਤਮਾ ਜੀ ਦੇ ਚਰਨਾਂ ਦੇ ਵਿੱਚ ਜੁੜੇ ਜਾਣ ਲੱਗੇ। ਉਹਨਾਂ ਦੀ ਆਤਮਾ ਚੜ੍ਹਦੀ ਕਲਾ ਵਿੱਚ ਜਾਣ ਲੱਗੀ। ਵਿਕਾਰਾਂ ਦੀ ਜਿਹੜੀ ਸੋਚ ਸੀ, ਜਿਹੜਾ ਮੈਲਾ ਮਨ ਹਰ ਵਕਤ ਮੈਲਾ ਸੋਚਦਾ ਸੀ, ਉਹ ਹੁਣ ਨਿਰਮਲ ਹੋਣ ਲੱਗ ਪਿਆ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸ਼ਬਦ ਕਾਫੀ ਲੰਬਾ ਹੈ, ਇਸ ਕਰਕੇ ਅੱਜ ਮੈਂ ਇਹੀ ਕੋਸ਼ਿਸ਼ ਕਰਨੀ ਹੈ ਕਿ ਸਮੇਂ ਨੀਅਤ ਵਿੱਚ ਰਹਿ ਕੇ ਸਿਰਫ ਗੁਰਬਾਣੀ ਦੇ ਹੀ ਅਰਥ, ਜਿਹੜੇ ਸ਼ਾਬਦਿਕ ਅਰਥ ਨੇ, ਆਪ ਦੇ ਸਨਮੁਖ ਰੱਖਾਂ, ਤਾਂ ਕਿ ਸ਼ਬਦ ਦੀ ਗੱਲ ਸਾਡੇ ਸਮਝ ਵਿੱਚ ਆਵੇ। ਹੋਰ ਵੀ ਪ੍ਰਚਾਰਕਾਂ ਨੂੰ ਤੁਸੀਂ ਬਹੁਤ ਸੁਣਦੇ ਹੋ, ਹੋਰ ਗੱਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਤਾ ਹੈ। ਇਹ ਨਹੀਂ ਕਿ ਵੀ ਮੇਰੇ ਕੀਆਂ ਹੀ ਤੁਹਾਨੂੰ ਪਤਾ ਲੱਗਣੀਆਂ ਨੇ, ਹੋਰ ਬਹੁਤ ਕੁਝ ਤੁਹਾਨੂੰ ਪਤਾ ਹੈ। ਪਰ ਮੇਰਾ ਜਿਹੜਾ ਵਿਸ਼ਾ ਵਾ ਨਾ ਇੱਥੇ ਸਮਾਂ ਲੈ ਕੇ ਚੱਲਣ ਦਾ, ਉਹ ਇਹ ਹੈ ਕਿ ਆਪਾਂ ਗੁਰੂ ਸ਼ਬਦ ਨੂੰ ਸਮਝੀਏ, ਗੁਰਬਾਣੀ ਦੀਆਂ ਬਰੀਕੀਆਂ ਨੂੰ ਜਾਣੀਏ। ਇਹ ਮੇਰਾ ਸਬਜੈਕਟ ਹੈ। ਸੋ ਆਪਾਂ ਇਸੇ ਕਰਕੇ ਰੋਜ਼ਾਨਾ ਇਹਦੀ ਹੀ ਕੋਸ਼ਿਸ਼ ਕਰਦੇ ਹਾਂ, ਇਹਨੂੰ ਸਮਝਣ ਦੀ, ਇਹਨੂੰ ਜਾਣਨ ਦੀ। ਸੋ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਹੁਣ ਰਹਾਉ ਦੇ ਬੰਦ ਦਾ ਜਿਹੜਾ ਸਬਜੈਕਟ ਹੈ ਉਹ ਇਹ ਹੈ ਕਿ ਸਾਹਿਬ ਕਹਿੰਦੇ, ਹੇ ਮੇਰੇ ਮਨ, ਸਦਾ ਨਿਰਮਲ ਰਹਿਣ ਵਾਲੇ ਪ੍ਰਮਾਤਮਾ ਦੀਆਂ ਖਿਆਲਾਂ ਨੂੰ, ਉਹਦੀ ਯਾਦ ਨੂੰ ਜੀਵਨ 'ਚ ਵਸਾ। ਆਪਣੀ ਮੱਤ ਦੇ ਉੱਤੇ ਧੁਰ ਤੋਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਧੁਰਿਆ ਤੇਰਾ, ਜਿਹੜਾ ਤੇਰਾ ਅਸਲਾ ਹੈ, ਜੋ ਤੇਰੇ ਜੀਵਨ ਦਾ ਅੰਗ ਹੈ, ਉਹਦੇ ਨਾਲ ਆਪਣੀ ਮੱਤ ਨੂੰ ਜੋੜ, ਤਾਂ ਕਿ ਤੇਰੀ ਮੱਤ ਦੇ ਵਿੱਚ ਜਿਹੜੇ ਵਿਚਾਰ ਪੈਦਾ ਹੋਣ ਉਹ ਸੱਚ ਦੇ ਪੈਦਾ ਹੋਣ। ਤਾਂ ਇਹ ਸੱਚ ਦੇ ਵਿਚਾਰ ਪੈਦਾ ਕਰਨ ਵਾਸਤੇ ਤੈਨੂੰ ਅਗਲਾ ਉਪਰਾਲਾ ਕੀ ਕਰਨਾ ਪਊਗਾ? ਗੁਰੂ ਜੀ ਦੇ ਸਨਮੁਖ ਹੋਣਾ ਪਊਗਾ, ਗੁਰੂ ਜੀ ਦੇ ਸ਼ਬਦ ਨੂੰ ਜਾਣਨਾ ਪਊਗਾ, ਉਪਦੇਸ਼ ਗੁਰੂ ਦੇ ਲੈਣੇ ਪੈਣਗੇ। ਜਦੋਂ ਗੁਰੂ ਦੇ ਉਪਦੇਸ਼ ਗ੍ਰਹਿਣ ਕਰੇਗਾ, ਮੱਤ ਉਹਦੇ ਉੱਪਰ ਤੁਰੇਗੀ, ਪਰਮਾਤਮਾ ਨਾਲ ਪ੍ਰੇਮ ਬਣੇਗਾ, ਫਿਰ ਹਰ ਵਕਤ ਤੇਰੇ ਚਿੱਤ ਵਿੱਚ ਸੱਚ ਹੀ ਸਮੋਇਆ ਰਵੇਗਾ। ਇਹ ਰਹਾਉ ਦਾ ਬੰਦ ਹੈ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰਵਾਸ।
ਹੁਣ ਇਹ ਗੱਲ ਬੜੀ ਕਮਾਲ ਦੀ ਹੈ। ਜਿੰਨੀ ਦਾ ਅਰਥ ਹੈ ਜਿਨ੍ਹਾਂ ਨੇ ਸੁਣ ਕੇ, ਨਾਣੇ ਨੂੰ ਸਿਹਾਰੀ ਹੈ ਜਿਨ੍ਹਾਂ ਨੇ ਸੁਣ ਕੇ ਮੰਨਿਆ, ਜਿਨ੍ਹਾਂ ਨੇ ਮੰਨ ਲਿਆ। ਹੁਣ ਸੁਣ ਤੇ ਸਾਰੇ ਹੀ ਰਹੇ ਆ, ਬਹੁਤ ਲੋਕੀ ਸੁਣ ਰਹੇ ਨੇ, ਕਿੰਨੇ ਕਥਾਕਾਰ ਨੇ, ਫੇਸਬੁੱਕ ਭਰੀ ਪਈ ਹੈ, ਹੋਰ ਸਾਡੇ ਕੋਲ ਸਾਈਟਾਂ ਭਰੀਆਂ ਪਈਆਂ ਨੇ, ਕਈ ਬੰਦੇ ਸਾਰਾ ਦਿਨ ਸੁਣੀ ਜਾ ਰਹੇ ਨੇ, ਸੁਣ ਸਾਰੇ ਰਹੇ ਨੇ। ਪਰ ਅਗਲੀ ਗੱਲ ਸਾਹਿਬ ਕਹਿੰਦੇ, ਜਿੰਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਸੁਣਿਆ, ਗੁਰੂ ਉਪਦੇਸ਼ ਸੁਣੇ ਤੇ ਸੁਣ ਕੇ ਕੀ ਕੀਤਾ? ਮੰਨਿਆ, ਮੰਨ ਲਿਆ। ਤਿੰਨਾਂ ਨਿਜ ਕਰਵਾਸ, ਤਿੰਨਾਂ ਦਾ ਅਰਥ ਹੈ ਉਹਨਾਂ ਦੇ, ਨਿਜ ਘਰ ਹਿਰਦੇ ਘਰ ਦੇ ਵਿੱਚ ਵਾਸ, ਹਿਰਦੇ ਘਰ ਦੇ ਵਿੱਚ ਵਸਿਆ ਨਿਰੰਕਾਰ ਪਰਿਪੂਰਨ ਪਰਮਾਤਮਾ ਉਹਨਾਂ ਦੀ ਪਕੜ ਤੇ ਉਹਨਾਂ ਦੀ ਸਮਝ ਵਿੱਚ ਆਉਣ ਲੱਗਾ। ਉਹਨਾਂ ਦੇ ਅੰਦਰ ਜਿਹੜੀ ਹੈ ਸੋਚ ਜਿਹੜੀ ਆਜ਼ਾਦ ਹੋਣ ਲੱਗੀ, ਗੁਲਾਮੀ ਦੀ ਭਾਵਨਾ ਜੀਵਨ ਚੋਂ ਮਿਟਣ ਲੱਗੀ। ਜਿਹੜਾ ਮਨ ਪਹਿਲਾਂ ਵਿਕਾਰਾਂ ਦੀ ਗੁਲਾਮੀ ਕਰਦਾ ਸੀ, ਮੋਹ ਮਾਇਆ ਦੀ ਗੁਲਾਮੀ ਕਰਦਾ ਸੀ, ਹੁਣ ਇਹ ਮਨ ਨੇ ਵਿਕਾਰਾਂ ਦੀ ਗੁਲਾਮੀ ਛੱਡ ਦਿੱਤੀ ਹੈ। ਸੱਚ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਜੀਵਨ ਸਮਰਪਣ ਕਰ ਦਿੱਤਾ ਹੈ। ਜਦੋਂ ਉਪਦੇਸ਼ ਗੁਰੂ ਦੇ ਮੰਨੇ ਨੇ ਤੇ ਹਿਰਦੇ ਘਰ ਦੇ ਵਿੱਚ ਨਿਰੰਤਰ ਵਸਦਾ ਪਰਿਪੂਰਨ ਪ੍ਰਮਾਤਮਾ ਨਜ਼ਰ ਆਉਣ ਲੱਗ ਪਿਆ ਹੈ। ਇਹ ਰਹਾਉ ਦਾ ਇਹ ਪਹਿਲਾ ਬੰਦ ਹੈ। ਗੁਰਮਤੀ ਸਾ ਲਾਹੇ ਸੱਚ, ਹਰ ਪਾਇਆ ਗੁਣਤਾਸ। ਗੁਰਮਤੀ, ਗੁਰੂ ਜੀ ਦੀ ਮੱਤ ਤੇ ਚੱਲ ਕੇ, ਸਾ ਲਾਹੇ ਸੱਚ, ਸਦਾ ਅਟਲ ਰਹਿਣ ਵਾਲੇ ਸੱਚੇ ਪਰਿਪੂਰਨ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਹੁਣ ਨਿਰੰਤਰ ਸਲਾਹੁੰਦਾ ਹੈ। ਗੁਰੂ ਦੀ ਮੱਤ ਉੱਤੇ ਤੁਰਦਾ ਹੈ, ਗੁਰੂ ਦੀ ਮੱਤ ਨੂੰ ਜੀਵਨ ਵਿੱਚ ਗ੍ਰਹਿਣ ਕਰਦਾ ਹੈ ਤੇ ਹਰ ਵਕਤ ਸੱਚਾਈ ਨੂੰ, ਸਦਾ ਅਟਲ ਰਹਿਣ ਵਾਲੇ ਜਿਹੜਾ ਪ੍ਰਮਾਤਮਾ ਦਾ ਹੁਕਮ ਹੈ, ਉਸ ਸੱਚੇ ਨਿਰੰਕਾਰ ਨੂੰ ਯਾਦ ਕਰਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਹਰ ਪਾਇਆ ਗੁਣਤਾਸ, ਗੁਣਤਾਸ ਦਾ ਅਰਥ ਹੈ ਗੁਣਾਂ ਦਾ ਖਜ਼ਾਨਾ। ਇਵੇਂ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਦੇ ਸਿੱਖ ਨੇ ਆਪਣੇ ਹਿਰਦੇ ਘਰ ਵਿੱਚ ਗੁਣਾਂ ਦੇ ਖਜ਼ਾਨੇ ਪਰਿਪੂਰਨ ਪ੍ਰਮਾਤਮਾ ਨੂੰ ਲੱਭ ਲਿਆ ਹੈ। ਹੁਣ ਉਹਦੇ ਅੰਦਰ ਵੀ ਓਨੇ ਹੀ ਗੁਣ ਸਮਾਏ ਹੋਏ ਨੇ ਜਿੰਨੇ ਪਰਿਪੂਰਨ ਪ੍ਰਮਾਤਮਾ ਦੇ ਨੇ। ਫਿਰ ਗੁਰਸਿੱਖ ਦਾ ਸੁਭਾਅ ਵੀ ਗੁਣਕਾਰੀ ਬਣਦਾ ਜਾ ਰਿਹਾ ਹੈ। ਅਵਗੁਣ ਜੀਵਨ ਦੇ ਵਿੱਚੋਂ ਮਿਟਦੇ ਜਾ ਰਹੇ ਨੇ, ਗੁਣ ਜੀਵਨ ਦੇ ਵਿੱਚ ਸਮਾਏ ਜਾ ਰਹੇ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ। ਅਗਲਾ ਬੰਦ ਹੈ, ਸ਼ਬਦ ਰਤੇ ਸੇ ਨਿਰਮਲੇ, ਹਉ ਸਦ ਬਲਿਹਾਰੇ ਜਾਸ। ਸ਼ਬਦ ਰਤੇ, ਰਤੇ ਦਾ ਅਰਥ ਹੈ ਰੰਗੇ ਹੋਏ, ਜਿਹੜੇ ਸ਼ਬਦ ਦੇ ਵਿੱਚ ਟਿਕ ਗਏ। ਦੱਦੇ ਨੂੰ ਸਿਹਾਰੀ ਹੈ, ਭਾਵ ਸ਼ਬਦ ਦੇ ਰਾਹੀਂ, ਸ਼ਬਦ ਦੇ ਵਿੱਚ। ਦੱਦੇ ਨੂੰ ਸਿਹਾਰੀ ਜਿੱਥੇ ਆਵੇਗੀ ਭਾਵ ਅਰਥ ਨੇ ਸ਼ਬਦ ਦੇ ਵਿੱਚ। ਰਤੇ ਰੰਗੇ ਗਏ, ਜਿਨ੍ਹਾਂ ਨੇ ਧੰਨ ਸਤਿਗੁਰੂ ਕੀ ਪਾਵਨ ਗੁਰਬਾਣੀ, ਗੁਰੂ ਸ਼ਬਦ ਦੇ ਵਿੱਚ ਜੋ ਉਪਦੇਸ਼ ਨੇ ਗੁਰੂ ਜੀ ਦੇ, ਜੋ ਉਪਦੇਸ਼ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ ਗੁਰੂ ਸ਼ਬਦ ਰੂਪ ਦੇ ਵਿੱਚ, ਉਹਨਾਂ ਵਿੱਚ ਆਪਣੇ ਮਨ ਨੂੰ ਐਨ ਇਨ ਬਿਨ ਟਿਕਾ ਲਿਆ। ਆਪਣੀਆਂ ਭਟਕਣਾਵਾਂ, ਆਪਣੀਆਂ ਚੰਚਲਤਾਈਆਂ, ਆਪਣੀਆਂ ਲਾਲਸਾਵਾਂ ਛੱਡ ਦਿੱਤੀਆਂ ਨੇ ਤੇ ਗੁਰੂ ਜੀ ਕੇ ਉਪਦੇਸ਼ ਜਿਹੜੇ ਸ਼ਬਦ ਰੂਪ ਦੇ ਵਿੱਚ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਵਸਾ ਲਿਆ, ਆਪਣੇ ਮਨ ਨੂੰ ਉਹਦੇ ਵਿੱਚ ਰੰਗ ਲਿਆ। ਤੇ ਕੀ ਹੋਇਆ ਫਿਰ? ਸ਼ਬਦ ਰਤੇ ਸੇ ਨਿਰਮਲੇ, ਉਹ ਫਿਰ ਮੈਲੇ ਜਿਹੜੇ ਸਨ ਪਹਿਲਾਂ ਉਹ ਨਿਰਮਲ ਹੋ ਗਏ ਨੇ, ਮੈਲ ਰਹਿਤ ਹੋ ਗਏ ਨੇ। ਹੁਣ ਜਿਹੜੇ ਉਹਨਾਂ ਦੇ ਵਿੱਚ ਵਿਚਾਰ ਪੈਦਾ ਹੋ ਰਹੇ ਨੇ। ਦੇਖੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਵਿੱਚ ਬੇਅੰਤ ਵਿਚਾਰਾਂ ਦਾ ਜਨਮ ਹੈ, ਬੇਅੰਤ ਵਿਚਾਰਾਂ ਦੀ ਮੌਤ ਹੈ। ਇੱਕ ਜੀਵਨ ਜਿਹੜਾ ਹੈ ਸਾਡੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ, ਪਤਾ ਨਹੀਂ ਅਸੀਂ ਕਿੰਨਾ ਰਾਤ ਸੌਣ ਤੱਕ ਕਿੰਨੇ ਵਾਰੀ ਈਵਨ ਸੁੱਤਿਆਂ ਪਿਆਂ ਵੀ ਸਾਡੇ ਸੁਪਨਿਆਂ ਦੇ ਵਿੱਚ ਕਿੰਨੇ ਵਿਚਾਰਾਂ ਦਾ ਜਨਮ ਹੈ, ਕਿੰਨੀ ਵਾਰੀ ਮਰ ਰਹੇ ਹਾਂ। ਜਿਹੜੇ ਵਿਚਾਰ ਪੈਦਾ ਹੁੰਦੇ ਨੇ ਮਿਟ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਇਹ ਆਵਾਗਵਣ। ਤੇ ਜਿਹੜੇ ਸ਼ਬਦ ਵਿਚਾਰ ਸਾਡੇ ਚਿੱਤ ਦੇ ਵਿੱਚ ਅੜ ਗਏ, ਅਸੀਂ ਉਹਨਾਂ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ, ਭਾਵੇਂ ਉਹ ਮੈਲਾ ਸੀ ਤੇ ਭਾਵੇਂ ਉਹ ਚੰਗਾ ਸੀ। ਜੇ ਮੈਲੇ ਵਿਚਾਰ ਨੂੰ ਆਪਣੇ ਅੰਦਰ ਜਿਹਨੇ ਜਨਮ ਲਿਆ ਉਹਨੂੰ ਪਾਲਣਾ ਸ਼ੁਰੂ ਕਰ ਦਿੱਤਾ, ਉਹਨੂੰ ਪਾਲਦਿਆਂ ਪਾਲਦਿਆਂ ਮਨ ਇੰਨਾ ਕਠੋਰ ਹੋ ਗਿਆ, ਮੈਲੇ ਵਿਚਾਰ ਹਿਰਦੇ 'ਚ ਪੈਦਾ ਹੋਣ ਲੱਗ ਪਏ। ਹੁਣ ਜਦੋਂ ਉਹ ਪਲਿਆ ਵਿਚਾਰ ਮੇਰੇ ਜੀਵਨ 'ਚ, ਮੈਂ ਅੱਖਾਂ ਤੋਂ ਹੁਣ ਇਹ ਤੋਂ ਬਾਅਦ ਇਸ ਪਲੇ ਹੋਏ ਵਿਚਾਰ ਨੇ ਇਹਨਾਂ ਅੰਗਾਂ ਤੋਂ ਅਪਰਾਧ ਕੀਤਾ।
ਕੰਨਾਂ ਤੋਂ, ਅੱਖਾਂ ਤੋਂ, ਜੀਭਾਂ ਤੋਂ, ਹੱਥਾਂ ਤੋਂ। ਇਵੇਂ ਹੀ ਜਦੋਂ ਮੇਰੇ ਵਿਚਾਰ ਜੀਵਨ ਵਿੱਚ ਚੰਗਾ ਕੋਈ ਪੈਦਾ ਹੋਇਆ, ਮੈਂ ਕਿਸੇ ਦੀ ਮਦਦ ਕਰਾਂ, ਕਿਸੇ ਲੋੜਵੰਦ ਦੀ ਹੈਲਪ ਕਰਾਂ, ਪਤਾ ਲੱਗਾ ਵੀ ਇਹ ਮਨੁੱਖ ਲੋੜਵੰਦ ਹੈ, ਤੁਰਨ ਲੱਗਾ ਲੋੜਵੰਦ ਦੀ ਮਦਦ ਕਰਨ ਲਈ। ਹੁਣ ਇਹ ਵਿਚਾਰ ਪੈਦਾ ਹੋਇਆ, ਪਰ ਨਾਲ ਹੀ ਜੇ ਦੂਸਰਾ ਵਿਚਾਰ ਆ ਗਿਆ, ਛੱਡ ਪਰੇ, ਕਈ ਤੁਰੇ ਫਿਰਦੇ ਨੇ, ਮੇਰੇ ਕਿਆਂ ਕੀ ਹੋਣਾ ਹੈ, ਮੇਰੇ ਕੀਤਿਆਂ ਕੀ ਹੋਣਾ ਹੈ, ਇਹ ਨਾਲ ਹੀ ਵਿਚਾਰ ਮਰ ਗਿਆ। ਹੁਣ ਮੇਰੇ ਗਿਆ ਉੱਥੇ ਹੀ ਬਹਿ ਗਿਆ, ਮੈਂ ਤੁਰਿਆ ਹੀ ਨਹੀਂ। ਪਰ ਜੇ ਮੈਂ ਉਸ ਵਿਚਾਰ ਨੂੰ ਪਾਲ ਲਿਆ, ਹੱਥਾਂ ਤੋਂ ਚੰਗਾ ਕੰਮ ਕਰ ਲਿਆ, ਚੰਗੇ ਰਸਤੇ ਤੇ ਤੁਰ ਪਿਆ, ਉਹਦਾ ਰਸ ਦੇਖਿਓ। ਫਿਰ ਜਿਹੜੀ ਉਹਦੀ ਫੀਲਿੰਗ ਆ ਨਾ, ਉਹਦਾ ਜਿਹੜਾ ਇੱਕ ਪੋਜ਼ੀਟਿਵ ਰਿਐਕਸ਼ਨ ਹੈ, ਜਿਹੜਾ ਤੁਸੀਂ ਦੇਖਿਓ, ਸਾਰਾ ਦਿਨ ਤੁਸੀਂ ਖੁਸ਼ ਰਹੋਗੇ। ਪਰ ਜਿਹੜਾ ਮੈਲਾ ਵਿਚਾਰ ਤੁਹਾਡੇ ਅੰਦਰ ਪੈਦਾ ਹੋਇਆ, ਉਸ ਮੈਲੇ ਵਿਚਾਰ ਨੇ ਜਿਹੜਾ ਵੈਲਾ ਵਿਚਾਰ ਪਲਿਆ, ਉਹ ਤੋਂ ਤੁਸੀਂ ਜਿਹੜਾ ਅਪਰਾਧ ਕੀਤਾ। ਫੋਰ ਐਗਜ਼ਾਮਪਲ, ਅਸੀਂ ਕਿਸੇ ਮਨੁੱਖ ਨੂੰ ਵੇਖ ਰਹੇ ਹਾਂ, ਸਾਨੂੰ ਉਹਦੇ ਪ੍ਰਤੀ ਕ੍ਰੋਧ ਚੜ੍ਹ ਰਿਹਾ ਬਹੁਤ ਜ਼ਿਆਦਾ। ਹੁਣ ਅੰਦਰ ਇੱਕ ਵਿਚਾਰ ਪੈਦਾ ਹੋਇਆ ਵੀ ਇਸ ਮਨੁੱਖ ਨੂੰ ਜਾ ਕੇ ਗਾਲਾਂ ਕੱਢ ਦੇ, ਸਿਰ ਪਾੜ ਦੇ ਇਹਦਾ। ਹੁਣ ਇੱਕ ਮਨ ਆਇਆ, ਛੱਡ ਪਰੇ, ਮੈਂ ਕੀ ਲੈਣਾ, ਇਹ ਤੇ ਹੈ ਹੀ ਬੇਈਮਾਨ ਹੈ, ਚਿੱਕੜ ਹੈ, ਚਿੱਕੜ ਵਿੱਚ ਲੱਤ ਮਾਰਿਆ, ਮੇਰੇ ਤੇ ਚਿੱਕੜ ਪਊਗਾ। ਪਰ ਨਹੀਂ, ਮੈਂ ਹੌਲੀ ਹੌਲੀ ਉਸ ਵਿਚਾਰ ਨੂੰ ਪਾਲ ਲਿਆ, ਆਪਣੇ ਘਰ ਦੇ ਵਿੱਚ ਕਲੇਸ਼ ਪੈਦਾ ਕਰ ਲਈ, ਆਪਣੇ ਘਰ ਦੇ ਵਿੱਚ ਲੜਾਈ ਪੈਦਾ ਕਰ ਲਈ। ਹੁਣ ਮੇਰੇ ਹਿਰਦੇ ਘਰ 'ਚ ਜਿਹੜੇ ਵਿਚਾਰਾਂ ਨੇ ਕਲੇਸ਼ ਪੈਦਾ ਕੀਤਾ, ਉਹ ਮੈਂ ਹੱਥਾਂ ਤੋਂ ਅਪਰਾਧ ਕੀਤਾ, ਕਿਸੇ ਦਾ ਸਿਰ ਪਾੜਤਾ। ਬਾਅਦ ਵਿੱਚ ਕੀ ਹੋਇਆ, ਉਸ ਅਪਰਾਧ ਤੋਂ ਮੇਰੀ ਆਤਮਾ ਇੰਨੀ ਡਰ ਗਈ, ਹੁਣ ਮੈਂ ਉਸ ਅਪਰਾਧ ਨੂੰ ਲੁਕਾਉਣ ਵਾਸਤੇ ਹੋਰ ਝੂਠ ਬੋਲ ਰਿਹਾ, ਬੇਈਮਾਨੀ ਕਰ ਰਿਹਾ, ਸੁੱਖ ਨਹੀਂ ਮੈਨੂੰ ਮਿਲ ਰਿਹਾ। ਇੱਕ ਮੈਲਾ ਵਿਚਾਰ ਜਿਹੜਾ ਮੇਰੇ ਵਿੱਚ ਪੈਦਾ ਹੋਇਆ, ਜਿਹਨੂੰ ਮੈਂ ਪਾਲਿਆ, ਜਿਸ ਤੋਂ ਅਪਰਾਧ ਕੀਤਾ, ਉਹ ਮੈਨੂੰ ਦੁੱਖ ਹੀ ਦੇ ਰਿਹਾ, ਅੱਜ ਤੱਕ ਦੇ ਰਿਹਾ। ਪਰ ਇੱਕ ਚੰਗਾ ਕੰਮ, ਇੱਕ ਚੰਗਾ ਵਿਚਾਰ ਜਨਮਿਆ, ਉਹਨੂੰ ਮੈਂ ਪਾਲਿਆ, ਵਿਚਾਰ ਪਲਿਆ, ਉਹ ਤੋਂ ਮੈਂ ਚੰਗਾ ਕੰਮ ਕੀਤਾ। ਉਹਨੂੰ ਜਦੋਂ ਸੋਚਦਾ, ਰਿਲੈਕਸ ਹੋ ਜਾਂਦਾ ਵੀ ਕਿਤੇ ਚੰਗਾ ਕੰਮ ਦੁਨੀਆ 'ਚ ਕੀਤਾ ਹੈ। ਇਵੇਂ ਸਾਡੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰ ਪੈਦਾ ਹੋ ਰਹੇ ਨੇ, ਮਰ ਰਹੇ ਨੇ। ਹੁਣ ਜੇ ਤੇ ਉਹ ਵਿਚਾਰਾਂ ਦਾ ਸੋਮਾ ਗੁਰੂ ਸ਼ਬਦ ਬਣ ਜਾਵੇ, ਗੁਰਬਾਣੀ ਜੀਵਨ ਦੇ ਵਿੱਚ ਘਰ ਕਰਨ ਲੱਗ ਜਾਵੇ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੇ ਸਦਾ ਨੈਣੀ ਵਾਲਾ ਪ੍ਰੈਕਟੀਕਲ ਜੀਵਨ ਬਣਨ ਲੱਗ ਪਵੇ। ਹੁਣ ਜਿੰਨੀ ਵਾਰੀ ਵਿਚਾਰ ਪੈਦਾ ਹੋਣਗੇ, ਚੰਗੇ ਹੋਣਗੇ, ਕਿਉਂਕਿ ਉਹਨਾਂ ਦਾ ਸੋਮਾ ਗੁਰੂ ਬਣ ਗਿਆ, ਸੋਮਾ ਗੁਰੂ ਸ਼ਬਦ ਬਣ ਗਏ। ਤੇ ਸ਼ਬਦ ਰਤੇ ਸੇ ਨਿਰਮਲੇ, ਜਿਹੜੇ ਸ਼ਬਦ ਵਿੱਚ ਰੰਗੇ ਗਏ, ਉਹ ਮੈਲ ਰਹਿਤ ਹੋ ਗਏ। ਤੇ ਸਭ ਕਹਿੰਦੇ ਹਉ ਸਦ ਬਲਿਹਾਰੈ ਜਾਸ, ਹਉ ਦਾ ਅਰਥ ਹੈ ਫਿਰ ਮੈਂ, ਸਦ ਸਦਾ, ਬਲਿਹਾਰੈ ਸਦਕੇ ਕੁਰਬਾਨ, ਜਾਸ ਉਹਨਾਂ ਤੋਂ, ਮੈਂ ਫਿਰ ਸਦਾ ਉਹਨਾਂ ਗੁਰਮੁਖ ਪਿਆਰਿਆਂ ਤੋਂ ਕੁਰਬਾਨ ਤੇ ਸਦਕੇ ਜਾਣਾ, ਜਿਹੜੇ ਸ਼ਬਦ ਵਿੱਚ ਰੰਗੇ ਗਏ, ਗੁਰੂ ਉਪਦੇਸ਼ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਿੱਤਾ, ਆਪਣੇ ਅੰਦਰ ਚੰਗੇ ਵਿਚਾਰ ਉਹਨਾਂ ਦੇ ਡਿਵੈਲਪ ਹੋਣ ਲੱਗ ਪਏ, ਤੇ ਉਹ ਮੈਲ ਤੋਂ ਰਹਿਤ ਹੋ ਗਏ। ਹਿਰਦੈ ਜਿਨ ਕੈ ਹਰ ਵਸੈ, ਤਿਤ ਘਟ ਹੈ ਪ੍ਰਗਾਸ। ਹਿਰਦੈ ਜਿਨ ਕੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰ ਵਸੈ, ਪਰਿਪੂਰਨ ਪਰਮਾਤਮਾ ਵਸਦਾ ਨਜ਼ਰ ਆਉਣ ਲੱਗ ਪਿਆ, ਤਿਤ ਘਟ ਹੈ ਪ੍ਰਗਾਸ। ਤਿਤ ਉਹਨਾਂ ਦੇ, ਘਟ ਹਿਰਦੇ ਘਰ ਦੇ ਵਿੱਚ ਹੈ, ਹੁੰਦਾ ਹੈ ਪ੍ਰਗਾਸ, ਗਿਆਨ ਦਾ ਚਾਨਣ, ਸੱਚ ਦਾ ਚਾਨਣ। ਕਹਿੰਦੇ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਵਸਦਾ ਪਰਮਾਤਮਾ ਉਹਨਾਂ ਨੂੰ ਸਮਝ ਵਿੱਚ ਆਉਣ ਲੱਗ ਪੈਂਦਾ ਹੈ, ਫਿਰ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ, ਅੰਧ ਵਿਸ਼ਵਾਸ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਉਹਨਾਂ ਦੇ ਹਿਰਦੇ ਘਰ ਦੇ ਵਿੱਚ ਸਦੀਵੀ ਅਟਲ ਰਹਿਣ ਵਾਲਾ ਸੱਚ ਦਾ ਪ੍ਰਗਾਸ, ਮੇਰੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਚਾਨਣ ਹੋ ਜਾਂਦਾ ਹੈ। ਉਸ ਮਨੁੱਖ ਦੀ ਮੱਤ ਉਜਵਲ ਹੋ ਜਾਂਦੀ ਹੈ। ਫਿਰ ਐਸਾ ਮਨੁੱਖ ਕਰਮ ਕਾਂਡਾਂ ਤੇ ਪਖੰਡਾਂ ਦੇ ਵਿੱਚ ਨਹੀਂ ਪੈਂਦਾ, ਉਹ ਸੁਚੇਤ ਬੁੱਧੀ ਵਾਲਾ ਹੋ ਜਾਂਦਾ ਹੈ, ਸਮਝਦਾਰ ਹੋ ਜਾਂਦਾ ਹੈ। ਉਹਦੇ ਅੰਦਰ ਹਰ ਇੱਕ ਚੀਜ਼ ਚੰਗੇ ਪਾਸੇ ਵੱਲ ਲੈ ਕੇ ਜਾਣ ਵਾਲੀ ਡਿਵੈਲਪ ਹੋਣ ਲੱਗ ਪੈਂਦੀ ਹੈ। ਫਿਰ ਉਹ ਨਾ ਉਹ ਮਰੇ, ਨਾ ਠਾਗੇ ਜਾਏ, ਨਾ ਫਿਰ ਉਹ ਆਤਮਿਕ ਤੌਰ ਤੇ ਉਹਨੂੰ ਮੌਤ ਆਉਂਦੀ ਹੈ, ਤੇ ਨਾ ਹੀ ਉਹਨੂੰ ਕੋਈ ਦੁਨੀਆ ਦੀ ਕੋਈ ਤਾਕਤ ਫਿਰ ਠੱਗ ਸਕਦੀ ਹੈ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਫਿਰ ਇਸ ਕਰਕੇ ਹੇ ਮੇਰੇ ਮਨ, ਸਦਾ ਉਸ ਮੈਲ ਤੋਂ ਰਹਿਤ ਸੋਹਣੇ ਪਰਿਪੂਰਨ ਪਰਮਾਤਮਾ ਦੇ ਨਾਲ ਆਪਣੀ ਜੀਵਨ ਦੀ ਸਾਂਝ ਪਾ, ਸਦਾ ਉਹਨੂੰ ਹੀ ਆਪਣੇ ਜੀਵਨ ਵਿੱਚ ਚੇਤੇ ਕਰਿਆ ਕਰ।
ਧੁਰ ਮਸਤਕ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ। ਜਿਨ੍ਹਾਂ ਨੇ ਆਪਣੀ ਮਸਤਕ ਵਿੱਚ ਬੈਠੀ ਮਤ ਨੂੰ ਧੁਰ ਅਕਾਲ ਪੁਰਖ ਵਾਹਿਗੁਰੂ ਜੋ ਮੇਰੇ ਜੀਵਨ ਦਾ ਧੁਰਾ ਹੈ, ਉਹਦੇ ਨਾਲ ਜਦੋਂ ਮੈਂ ਆਪਣੀ ਮਸਤਕ ਨੂੰ ਜੋੜ ਲਿਆ, ਆਪਣੀ ਸਮਝ ਆਪਣੀ ਸਿਆਣਪ ਉਹਦੇ ਮੁਤਾਬਕ ਤੋਰ ਲਈ, ਜਿਨ ਕੋ ਲਿਖਿਆ, ਤੇ ਆਪਣੇ ਮਤ ਦੇ ਵਿੱਚ ਸੱਚ ਗਿਆਨ ਲਿਖਣਾ ਸ਼ੁਰੂ ਕਰ ਦਿੱਤਾ, ਸੇ ਗੁਰਮੁਖ ਰਹਿ ਲਿਵ ਲਾਏ। ਫਿਰ ਐਸੇ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਉਪਦੇਸ਼ਾਂ ਤੇ ਤੁਰ ਕੇ ਐਸੇ ਸਿੱਖ ਭਗਤ ਫਿਰ ਸਦਾ ਹੀ ਇੱਕ ਲਿਵਤਾਰ ਉਹਨਾਂ ਦੇ ਚਿੱਤ ਵਿੱਚ ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਹਰ ਸੰਤੋ ਮੀਨਸ ਪ੍ਰਮਾਤਮਾ ਦੀ ਆਰਾਧਨਾ ਕਰਨ ਵਾਲੇ ਭਗਤੋ, ਜਿਹੜੇ ਹਰ ਵਕਤ ਜੀਵਨ ਵਿੱਚ ਪ੍ਰਮਾਤਮਾ ਨੂੰ ਚੇਤੇ ਕਰਦੇ ਨੇ, ਪ੍ਰਮਾਤਮਾ ਨੂੰ ਸਲਾਹ ਰਹੇ ਨੇ। ਉਹਨਾਂ ਦੇ ਜੀਵਨ ਦਾ ਮੁੱਖ ਟੀਚਾ ਨਿਰੰਕਾਰ ਵਰਗਾ ਬਣਨਾ ਹੈ, ਉਹਦੇ ਵਰਗੇ ਸੁਭਾਅ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ। ਸਾਹਿਬ ਦੇ ਕੇ ਹਰ ਸੰਤੋ, ਹੇ ਪਰਿਪੂਰਨ ਪ੍ਰਮਾਤਮਾ ਨੂੰ ਸਮਝਣ ਵਾਲੇ ਭਗਤੋ, ਦੇਖੋ ਨਦਰ ਕਰ, ਦੇਖੋ ਤੁਸੀਂ ਧਿਆਨ ਲਾ ਕੇ ਐਨ ਨੀਜ ਦੇ ਨਾਲ। ਨਦਰ ਕਰ ਦਾ ਅਰਥ ਹੈ ਧਿਆਨ ਦੇ ਨਾਲ, ਆਪਣੇ ਆਪ ਨੂੰ ਸੁਚੇਤ ਕਰਕੇ, ਆਪਣੇ ਆਪ ਨੂੰ ਕਨਸੈਂਟਰੇਟ ਕਰਕੇ, ਇਹਨਾਂ ਵਿਕਾਰਾਂ ਤੋਂ, ਇਸ ਗੰਦਗੀ ਭਰੇ ਮਾਹੌਲ ਤੋਂ ਆਪਣੇ ਆਪ ਨੂੰ ਬਚਾ ਕੇ ਇੱਕ ਧਿਆਨ ਦੇ ਨਾਲ ਅੰਦਰ ਦੀ ਪਵਿੱਤਰਤਾ ਬਹਾਲ ਕਰਕੇ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਪਾਉਣ ਦਾ ਯਤਨ ਕਰ। ਫਿਰ ਕੀ ਸਮਝ ਆਵੇਗੀ? ਨਿਕਟ ਵਸੈ ਭਰਪੂਰ, ਤੇਰੇ ਨੇੜੇ ਵਸਦਾ ਪ੍ਰਮਾਤਮਾ ਤੈਨੂੰ ਨਜ਼ਰ ਆਉਣ ਲੱਗ ਪਵੇਗਾ। ਦੇਖੋ ਕਮਾਲ ਦੇ ਬਚਨ ਨੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੀ ਭਟਕਣਾ 'ਚ ਜੀਵਨ ਜੀਵਿਆ ਸੀ। ਉਹ ਭਰਮਦੇ ਰਹੇ 67 ਸਾਲ ਤੱਕ, ਪਰ ਜਿੱਦਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਗਿਆਨ ਮਿਲਿਆ, ਸਤਿਗੁਰੂ ਗੁਰੂ ਨਾਨਕ, ਧੰਨ ਗੁਰੂ ਨਾਨਕ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਂਹ ਫੜੀ, ਅਮਰਦਾਸ ਸਾਹਿਬ ਜੀ ਗੁਰੂ ਜੀ ਦੇ ਜੀਵਨ ਵਿੱਚ ਜੋ ਪ੍ਰਗਾਸ਼ ਹੋਇਆ, ਕਿਵੇਂ ਸੱਚ ਉਹਨਾਂ ਦੇ ਜੀਵਨ ਵਿੱਚ ਭਰਪੂਰ ਹੋਇਆ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਉਹ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਰਹੇ ਨੇ। ਹਰ ਸੰਤੋ ਦੇਖੋ ਨਦਰ ਕਰ, ਹੇ ਪਰਿਪੂਰਨ ਪਰਮਾਤਮਾ ਦੇ ਭਗਤੋ, ਧਿਆਨ ਦੇ ਨਾਲ ਆਪਣੇ ਆਪ ਨੂੰ ਬਿਲਕੁਲ ਇਕਾਗਰ ਕਰਕੇ ਸਮਝਣ ਦਾ ਯਤਨ ਕਰੋ, ਕੋਸ਼ਿਸ਼ ਕਰੋ। ਨਿਕਟ ਵਸੈ ਭਰਪੂਰ, ਤੁਹਾਡੇ ਨੇੜੇ ਹੱਸਦਾ ਵਸਦਾ ਪ੍ਰਮਾਤਮਾ ਅੰਗ ਸੰਗ ਤੁਹਾਡੇ ਹੈ। ਸਦਾ ਭਰਪੂਰ ਰੂਪ ਦੇ ਵਿੱਚ, ਪੂਰਨ ਰੂਪ ਦੇ ਵਿੱਚ ਪਰਿਪੂਰਨ ਪਰਮਾਤਮਾ ਤੁਹਾਡੇ ਅੰਦਰ ਵਸਦਾ ਹੈ। ਉਹ ਕੋਈ ਤੁਹਾਡੇ ਤੋਂ ਦੂਰ ਨਹੀਂ, ਉਹ ਸਦਾ ਅੰਗ ਸੰਗ ਹੈ। ਗੁਰਮਤਿ ਜਿਨੀ ਪਛਾਣਿਆ, ਸੇ ਦੇਖੈ ਸਦਾ ਹਦੂਰ। ਗੁਰੂ ਜੀ ਦੀ ਮੱਤ ਤੇ ਤੁਰ ਕੇ, ਗੁਰਮਤਿ ਗੁਰੂ ਜੀ ਦੀ ਮੱਤ, ਗੁਰੂ ਦੇ ਉਪਦੇਸ਼ਾਂ ਦੇ ਦੁਆਰਾ, ਗੁਰੂ ਜੀ ਦੇ ਗਿਆਨ ਦੇ ਦੁਆਰਾ। ਗੁਰੂ ਉਪਦੇਸ਼ ਕਿੱਥੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚ। ਹਰ ਇੱਕ ਮਨੁੱਖ ਨੂੰ ਆਜ਼ਾਦੀ ਹੈ, ਹਰ ਇੱਕ ਮਨੁੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਪੜ੍ਹ ਸਕਦਾ ਹੈ, ਸਮਝ ਸਕਦਾ ਹੈ, ਵਿਚਾਰ ਸਕਦਾ ਹੈ। ਗੁਰਮਤਿ ਜਿਨੀ ਪਛਾਣਿਆ, ਗੁਰੂ ਜੀ ਦੇ ਉਪਦੇਸ਼ਾਂ ਦੇ ਦੁਆਰਾ ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਦੇ ਪਿਆਰ ਨੂੰ ਸਮਝ ਲਿਆ, ਪਛਾਣ ਲਿਆ, ਸੇ ਦੇਖੈ ਸਦਾ ਹਦੂਰ। ਉਹ ਫਿਰ ਹਰ ਵਕਤ ਉਹਨਾਂ ਨੂੰ ਹਾਜ਼ਰ ਨਾਜ਼ਰ ਪ੍ਰਮਾਤਮਾ ਨਜ਼ਰ ਆਉਣ ਲੱਗ ਪੈਂਦਾ। ਕਿਵੇਂ ਆਉਂਦਾ? ਉਹਨਾਂ ਨੂੰ ਮਾਨਵਤਾ ਵਿੱਚ ਸੱਚ ਦਿਸਣ ਲੱਗ ਪੈਂਦਾ। ਫਿਰ ਉਹ ਲੁਕ ਕੇ ਵੀ ਬੁਰੇ ਕੰਮ ਨਹੀਂ ਕਰਦੇ, ਦਰਵਾਜ਼ੇ ਦੇ ਵਿੱਚ ਬਹਿ ਕੇ ਵੀ ਗੁਨਾਹ ਨਹੀਂ ਕਰਦੇ, ਕਿਸੇ ਨਾਲ ਹੱਕ ਨਹੀਂ ਮਾਰਦੇ, ਕਿਸੇ ਨਾਲ ਬੇਈਮਾਨੀ ਨਹੀਂ ਕਰਦੇ, ਕਿਸੇ ਨਾਲ ਧੋਖਾ ਨਹੀਂ ਕਰਦੇ। ਫਿਰ ਉਹ ਇਮਾਨਦਾਰੀ ਦਾ ਜੀਵਨ ਜਿਉਂਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿਤੋਂ ਲੁਕਾਵਾਂ। ਮਨੁੱਖ ਦਰਵਾਜ਼ੇ ਬੰਦ ਕਰਕੇ ਗੁਨਾਹ ਤੇ ਤਾਂ ਹੀ ਕਰਦਾ ਨਾ ਕਿ ਸ਼ਾਇਦ ਮੈਂ ਕਿਸੇ ਕੋ ਲੁਕਾ ਰਿਹਾ, ਪਰ ਸਤਿਗੁਰੂ ਕਹਿੰਦੇ ਕਿਤ ਕੋ ਲੁਕਾਏਗਾ? ਉਹ ਤੇ ਤੇਰੇ ਅੰਦਰ ਵਸਦਾ ਹੈ, ਹਰ ਜਗ੍ਹਾ ਤੇਰੇ ਨਾਲ ਬੈਠਾ ਹੈ। ਹੁਣ ਬਾਬਾ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ, ਕਬੀਰ ਜੀ ਤੁਸੀਂ ਇਹਨਾਂ ਰਾਜੇ ਰਜਵਾੜਿਆਂ ਤੋਂ ਡਰਦੇ ਨਹੀਂ? ਤੁਸੀਂ ਇਨੀ ਡੰਕੇ ਦੀ ਚੋਟ ਦੇ ਉੱਪਰ ਸੱਚ ਦੀ ਗੱਲ ਕਹਿੰਦੇ ਹੋ, ਡੰਕੇ ਦੀ ਚੋਟ ਦੇ ਉੱਪਰ ਤੁਸੀਂ ਅੱਜ ਆਪਣੇ ਹੱਕ ਦੀ ਗੱਲ ਕਰ ਰਹੇ ਹੋ। ਤੁਸੀਂ ਸਾਫ਼ ਕਹਿ ਦਿੰਦੇ ਹੋ ਕਿ ਜੋ ਇਹਨਾਂ ਬ੍ਰਾਹਮਣਾਂ ਨੇ, ਕਾਜ਼ੀਆਂ, ਪੰਡਤਾਂ ਨੇ ਲਿਖਿਆ, ਮੈਂ ਨਹੀਂ ਇਹਨਾਂ ਨੂੰ ਮੰਨਦਾ, ਮੈਂ ਇਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਹੈ।
ਤੁਸੀਂ ਡੰਕੇ ਦੀ ਚੋਟ ਤੇ ਕਹਿੰਦੇ ਤੁਹਾਨੂੰ ਡਰ ਨਹੀਂ ਲੱਗਦਾ। ਤੇ ਬਾਬਾ ਕਬੀਰ ਜੀ ਪਤਾ ਕੀ ਕਹਿੰਦੇ, ਡਰ ਤਾਂ ਲੱਗੇ ਜੇ ਮੈਂ ਗੁਨਾਹ ਕਰਦਾ ਹੋਵਾਂ। ਮੈਂ ਡਰਦਾ ਕੇਵਲ ਇੱਕ ਅਕਾਲ ਪੁਰਖ ਆਪਣੇ ਰੱਬ ਤੋਂ ਆ, ਜਿਹਨੇ ਮੈਨੂੰ ਪੈਦਾ ਕੀਤਾ ਹੈ। ਬਾਕੀ ਮਰਨਾ ਹੈ ਇੱਕ ਦਿਨ, ਫਿਰ ਸੱਚ ਬੋਲ ਕੇ ਮਰਨਾ ਚਾਹੀਦਾ ਹੈ। ਆ ਤੁਸੀਂ ਦੇਖੋ, ਕੱਲ ਦੇ ਪਰਸੋਂ ਦੀ ਗੱਲ ਹੈ, ਬੈਂਗਲੌਰ ਦੇ ਵਿੱਚ ਇੱਕ ਰਿਪੋਰਟਰ ਨੂੰ ਗੋਲੀ ਮਾਰ ਦਿੱਤੀ ਹੈ। ਇਹ ਉਹ ਕੱਟੜਪੰਥੀ ਲੋਕ ਸੌੜੀ ਸੋਚ ਛੋਟੀ ਮਾਦੇ, ਉਹ ਸੋਚਦੇ ਨੇ ਕਿ ਸ਼ਾਇਦ ਇੱਕ ਬੀਬੀ ਨੂੰ ਗੋਲੀ ਮਾਰ ਕੇ ਸੱਚ ਦਾ ਮੂੰਹ ਬੰਦ ਕਰ ਲਿਆ ਜਾਵੇਗਾ। ਪਰ ਤੁਸੀਂ ਉਸ ਤੋਂ ਬਾਅਦ ਹਜ਼ੂਮ ਦੇਖੋ ਕਿੰਨਾ ਸੜਕਾਂ ਤੇ ਹੈ। ਸੱਚ ਅੱਜ ਵੀ ਬੁਲੰਦ ਹੈ। ਬਾਬਾ ਕਬੀਰ ਜੀ ਨੂੰ ਮਾਰ ਕੇ ਇਹ ਲੋਕ ਸੋਚਣ ਜੇ ਕਬੀਰ ਜੀ ਮਰ ਗਏ ਨੇ, ਉਹਨਾਂ ਨੂੰ ਖਤਮ ਕਰ ਦਿਆਂਗੇ ਤੇ ਜਿਹੜਾ ਹੈ ਕਬੀਰ ਜੀ ਦੀ ਆਵਾਜ਼ ਬੰਦ ਹੋ ਜਾਵੇਗੀ। ਕਬੀਰ ਜੀ ਇਹ ਜਾਣਦੇ ਸਨ। ਕਬੀਰ ਜੀ ਕਹਿੰਦੇ ਤੁਸੀਂ ਮੈਨੂੰ ਮੁਕਾ ਦੂੰਗੇ, ਮਾਰ ਦੂੰਗੇ, ਖਤਮ ਕਰ ਦੂੰਗੇ, ਪਰ ਜਿਹੜਾ ਸੱਚ ਦਾ ਬੂਟਾ ਵਾ ਨਾ, ਇਹ ਸਦਾ ਪਨਪਦਾ ਰਹੇਗਾ। ਜਿਹੜੀ ਗੱਲ ਮੈਂ ਕਹਿ ਰਿਹਾ ਨਾ, ਸਭ ਤੋਂ ਪਹਿਲਾਂ ਜਿਹੜੀ ਭਗਤੀ ਦੀ ਲਹਿਰ, ਜਿਹੜੀ ਭਗਤ ਲਹਿਰ ਮੀਨਸ ਇਹ ਚੌਂਕੜਾ ਮਾਰਨ ਵਾਲੇ ਭਗਤਾਂ ਦੀ ਲਹਿਰ ਨਹੀਂ, ਹੱਥ ਵਿੱਚ ਮਾਲਾਵਾਂ ਫੜਨ ਵਾਲੇ ਭਗਤਾਂ ਦੀ ਲਹਿਰ ਨਹੀਂ ਸੀ। ਉਹ ਲਹਿਰ ਉਹ ਸੀ ਜਿਹੜੇ ਸਮਾਜ ਨੂੰ ਸੁਧਾਰਨ ਵਾਲੇ ਰਸਤੇ ਤੇ ਤੁਰੇ ਸਨ। ਜੋ ਧਰਮ ਦੇ ਨਾਂ ਤੇ ਪਖੰਡ ਫੈਲਾਇਆ ਜਾ ਰਿਹਾ ਸੀ, ਧਰਮ ਦੇ ਨਾਂ ਤੇ ਕਰਮਕਾਂਡ ਫੈਲਾਏ ਜਾ ਰਹੇ ਸਨ, ਉਹਨਾਂ ਨੂੰ ਜੜੋਂ ਪੱਟਣ ਵਾਸਤੇ ਜਿਹੜੇ ਭਗਤ ਤੁਰੇ, ਜਿਨ੍ਹਾਂ ਨੇ ਸੱਚ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀ, ਉਹ ਲਹਿਰ ਬਣੀ ਇੱਕ। ਉਹ ਲਹਿਰ ਇੱਕ ਐਸੀ ਬਣੀ, ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਵਿੱਚ ਰਹਿਣ ਵਾਲੇ ਸਨ। ਬਨਾਰਸ ਤੋਂ ਲੈ ਕੇ ਤਰਲੋਚਨ ਭਗਤ ਜੀ, ਸੂਰਦਾਸ ਜੀ, ਭਗਤ ਨਾਮਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਪੀਪਾ ਜੀ, ਭਗਤ ਜੈਦੇਵ ਜੀ, ਕੁੱਲ ਮਿਲਾ ਕੇ 15 ਭਗਤਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਹ ਸਾਰੇ ਦੇ ਸਾਰੇ ਉਸ ਲਹਿਰ ਦਾ ਅੰਗ ਸਨ, ਜਿਹੜੇ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਸਨ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਸਤਿਕਾਰ ਕੀਤਾ, ਰਿਗਾਰਡ ਕੀਤਾ, ਉਹਨਾਂ ਦੀਆਂ ਮਹਾਨ ਲਿਖਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸਾਂਭਿਆ। ਕਿਉਂਕਿ ਜਿਹੜੀ ਸੱਚ ਦੀ ਲਿਖਤ ਹੁੰਦੀ ਨਾ, ਉਹਨਾਂ ਨੂੰ ਹਮੇਸ਼ਾ ਲੁਕਾਇਆ ਜਾਂਦਾ ਹੈ। ਸੱਚ ਦੀ ਲਿਖਤ ਲੁਕਾਈ ਜਾਂਦੀ ਹੈ, ਝੂਠ ਦਾ ਪਸਾਰਾ ਪਸਾਰਿਆ ਜਾਂਦਾ ਹੈ। ਕਿਉਂਕਿ ਸੱਚ ਦੀ ਜਿਹੜੀ ਕਲਮ ਜਿਹੜੀ ਲਿਖੀ ਹੁੰਦੀ ਨਾ, ਉਹ ਐਸੀ ਹੁੰਦੀ ਹੈ ਕਿ ਜਦੋਂ ਵੀ ਮਨੁੱਖ ਕੋਈ ਪੜ੍ਹੇਗਾ, ਮੁਰਦਿਆਂ ਵਿੱਚ ਜਾਨ ਫੂਕ ਦੇਵੇਗੀ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਇਤਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਪੁਸਤਕਾਂ ਦਾ ਪ੍ਰਕਾਸ਼, ਧੰਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਦੂਸਰੀਆਂ ਕਿਤਾਬਾਂ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ, ਪੋਥੀਆਂ ਦਾ ਕਾਰਨ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਸੱਚਾਈ ਲਿਖੀ ਆ ਨਾ, ਜੋ ਸੱਚ ਲਿਖਿਆ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਜੋ ਡੰਕੇ ਦੀ ਚੋਟ ਦੇ ਉੱਤੇ ਗੁਰਮਤ ਲਿਖੀ ਹੈ, ਅਲਪੁਰਖ ਦੀ ਚਾਕਰੀ ਲਿਖੀ ਹੈ, ਹੋਰ ਬਾਕੀਆਂ ਗੁਲਾਮੀਆਂ ਜੀਵਨ, ਉਹਨਾਂ ਨੂੰ ਡਰ ਲੱਗਦਾ ਹੈ ਕਿਤੇ ਇਹ ਦੁਬਾਰਾ ਮੁਰਦਿਆਂ ਦੇ ਵਿੱਚ ਜਾਨ ਨਾ ਫੂਕੀ ਜਾਵੇ, ਇਹ ਦੁਬਾਰਾ ਲਹਿਰ ਬਣ ਕੇ ਕਿਤੇ ਸਾਡੇ ਸਾਹਮਣੇ ਨਾ ਖੜ ਜਾਣ। ਕਿਉਂਕਿ ਜਿਨ੍ਹਾਂ ਲੋਕਾਂ ਨੇ, ਉੱਚ ਜਾਤੀਆਂ ਨੇ, ਹੰਕਾਰੀ ਲੋਕਾਂ ਨੇ, ਭੋਲੇ ਭਾੜੇ ਲੋਕਾਂ ਨੂੰ ਆਪਣੇ ਪੈਰ ਦੀ ਜੁੱਤੀ ਬਣਾਇਆ ਹੋਇਆ ਸੀ, ਜਦੋਂ ਉਹ ਲੋਕ ਆਜ਼ਾਦੀ ਦੀ ਲਹਿਰ ਲੈ ਕੇ ਉੱਠੇ, ਜਿਨ੍ਹਾਂ ਨੇ ਆਜ਼ਾਦੀ ਦੀ ਬਾਤ ਕੀਤੀ, ਲੋਕਾਂ ਨੂੰ ਆਜ਼ਾਦ ਕੀਤਾ, ਉਹਨਾਂ ਵਾਸਤੇ ਹੁਣ ਵੀ ਡਰ ਲੱਗਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਹਜੇ ਵੀ ਉਹਨਾਂ ਨੂੰ ਡਰਾਉਂਦਾ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਮਨੁੱਖ ਦੀ ਸਿਫਤ ਨਹੀਂ, ਕਿਸੇ ਆਮ ਊਲ ਜ਼ਲੂਲ ਦੀਆਂ ਬਾਤਾਂ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਇੱਕ ਮਰੀ ਹੋਈ ਜ਼ਮੀਰ ਵਾਲੇ ਮਨੁੱਖ ਨੂੰ ਚੜ੍ਹਦੀ ਜ਼ਮੀਰ ਵਾਲਾ ਬਣਾ ਦਿੰਦਾ ਹੈ, ਜਿਉਂਦੀ ਜਾਗਦੀ ਜ਼ਮੀਰ ਵਾਲਾ ਬਣਾ ਦਿੰਦਾ ਹੈ, ਚੜ੍ਹਦੀ ਕਲਾ ਦੀ ਸੋਚ ਗੁਰੂ ਦੇ ਸਿੱਖ ਵਿੱਚ ਪੈਦਾ ਕਰ ਦਿੰਦਾ ਹੈ। ਮੈਂ ਇਮਾਨਦਾਰੀ ਨਾਲ ਕਹਿੰਦਾ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਇਮਾਨਦਾਰੀ ਨਾਲ ਸਮਝਣ ਲੱਗ ਪਵੇਗਾ ਨਾ, ਉਹਨੂੰ ਦੁਨੀਆ ਦੀ ਇੰਨਾ ਐਜੂਕੇਟ ਹੋ ਜਾਵੇਗਾ, ਉਹ ਸਮਝਦਾਰ ਹੋ ਜਾਵੇਗਾ, ਉਹਨੂੰ ਹਰ ਇੱਕ ਬਰੀਕੀ ਤੋਂ ਬਰੀਕੀ ਗੱਲ ਸਮਝ ਵਿੱਚ ਆਉਣ ਲੱਗ ਪਵੇਗੀ। ਕਿਉਂਕਿ ਗੁਰਮਤ ਮਤ ਦਾ ਪ੍ਰਗਾਸ ਕਰਦੀ ਹੈ। ਤੋ ਸਾਹਿਬ ਕਹਿੰਦੇ, ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ। ਜਿਨ੍ਹਾਂ ਨੇ ਗੁਰੂ ਦੀ ਮਤ ਤੇ ਚੱਲ ਕੇ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਨੂੰ ਜੀਵਨ 'ਚ ਵਸਾਉਣਾ ਸ਼ੁਰੂ ਕਰ ਲਿਆ, ਉਹਨਾਂ ਨੂੰ ਭਰਪੂਰ ਵਸਦਾ ਪ੍ਰਮਾਤਮਾ ਪਹਿਚਾਣ ਵਿੱਚ ਆ ਗਿਆ। ਅੰਗ ਸੰਗ ਨਿਰੰਕਾਰ ਉਹਨਾਂ ਨੂੰ ਹਾਜ਼ਰ ਨਾਜ਼ਰ ਨਾਲ ਦਿਸਣ ਲੱਗ ਪਿਆ। ਅਗਲੀਆਂ ਪੰਕਤੀਆਂ ਨੇ, ਜਿਨ ਗੁਣ ਤਿਨ ਸਦ ਮਨ ਵਸੈ, ਔਗਣਵੰਤਿਆਂ ਦੂਰ। ਜਿਨ ਗੁਣ, ਜਿਨ੍ਹਾਂ ਮਨੁੱਖਾਂ ਨੇ ਨਿਰੰਕਾਰ ਪਰਿਪੂਰਨ ਪ੍ਰਮਾਤਮਾ ਦੇ ਸੋਹਣੇ ਗੁਣ ਆਪਣੇ ਜੀਵਨ ਵਿੱਚ ਗੁਰੂ ਉਪਦੇਸ਼, ਗੁਰੂ ਦੀ ਮੱਤ ਤੇ ਚੱਲ ਕੇ ਗ੍ਰਹਿਣ ਕਰ ਲੈ, ਸਦ ਮਨ ਵਸੈ। ਜਿਨ ਗੁਣ ਤਿਨ ਸਦ ਮਨ ਵਸੈ,
ਔਗਣਵੰਤਿਆਂ ਦੂਰ। ਉਹਨਾਂ ਦੇ ਮਨ ਵਿੱਚ ਸਦਾ ਵਾਸਤੇ ਪਰਿਪੂਰਨ ਪਰਮਾਤਮਾ ਜੀ ਦੇ ਗੁਣ ਵਸ ਗਏ, ਤੇ ਜਿਹੜੇ ਪਰਮਾਤਮਾ ਦੇ ਹੁਕਮ ਤੋਂ ਮੁਨਕਰ ਹੋ ਗਏ, ਜੋ ਆਪਣੀ ਮਤ ਦੇ ਪਿੱਛੇ ਤੁਰਨ ਲੱਗ ਪਏ, ਜਿਨ੍ਹਾਂ ਨੇ ਆਪਣੇ ਮਨ ਦਾ ਕਿਹਾ ਮੰਨਣਾ ਸ਼ੁਰੂ ਕੀਤਾ, ਔਗਣਵੰਤਿਆਂ ਦੂਰ। ਉਹਨਾਂ ਦੇ ਅੰਦਰ ਔਗਣ ਭਰ ਗਏ, ਉਹ ਸਦਾ ਹੀ ਔਗੁਣਾਂ ਦੇ ਵਿੱਚ ਹੀ ਵਸਦੇ ਰਹੇ, ਔਗੁਣਾਂ ਦੇ ਵਿੱਚ ਹੀ ਰਸਦੇ ਰਹੇ। ਪਰ ਜਿਹੜੇ ਗੁਰੂ ਬਾਣੀ ਨਾਲ ਜੁੜ ਗਏ, ਗੁਰੂ ਮਤ ਨਾਲ ਜੁੜ ਗਏ, ਉਹ ਅਵਗੁਣਾਂ ਤੋਂ ਦੂਰੀ ਬਣ ਗਈ ਉਹਨਾਂ ਦੀ। ਉਹ ਅਵਗੁਣ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ, ਕੋਈ ਵੀ ਗੁਨਾਹ ਨਹੀਂ ਉਹ ਕਰਦੇ। ਕਿੰਨੇ ਪਿਆਰੇ ਬਚਨ ਨੇ, ਜਿਨ ਗੁਣ ਤਿਨ ਸਦ ਮਨ ਵਸੈ। ਜਿਨ੍ਹਾਂ ਦੇ ਕੋਲ ਪਰਿਪੂਰਨ ਪਰਮਾਤਮਾ ਦੇ ਗੁਣ ਜਿਨ੍ਹਾਂ ਨੇ ਗ੍ਰਹਿਣ ਕਰ ਲਏ, ਉਹਨਾਂ ਦੇ ਨੇੜੇ ਸਦਾ ਵਸਦਾ ਪਰਮਾਤਮਾ ਉਹਨਾਂ ਨੂੰ ਨਜ਼ਰ ਆਉਣ ਲੱਗ ਪਿਆ। ਹੁਣ ਉਹਨਾਂ ਨੇ ਅਵਗੁਣਾਂ ਤੋਂ ਤੋਬਾ ਕਰ ਲਈ। ਉਹ ਅਵਗੁਣ ਨਹੀਂ ਹੁਣ ਕਮਾਉਂਦੇ, ਹੁਣ ਉਹ ਝੂਠ ਨਹੀਂ ਬੋਲਦੇ, ਧੋਖਾ ਨਹੀਂ ਕਰਦੇ। ਗੱਲ ਕੀ, ਕੋਈ ਵੀ ਮੈਲਾ ਅਵਗੁਣ ਉਹਨਾਂ ਦੇ ਜੀਵਨ ਵਿੱਚ ਨਹੀਂ ਆ ਸਕਦਾ, ਕਿਉਂਕਿ ਉਹਨਾਂ ਨੂੰ ਸਮਝ ਪੈ ਗਈ ਹੈ ਪਰਿਪੂਰਨ ਪਰਮਾਤਮਾ ਵਾਹਿਗੁਰੂ ਮੇਰੇ ਅੰਗ ਸੰਗ ਹੈ, ਤੇ ਮੈਂ ਪਾਪੀ ਨਹੀਂ ਬਣਨਾ, ਮੈਂ ਆਪਣੇ ਗੁਰੂ ਤੋਂ ਦੂਰ ਨਹੀਂ ਹੋਣਾ, ਮੈਂ ਆਪਣੇ ਗੁਰੂ ਤੋਂ ਦੂਰ ਨਹੀਂ ਜਾਣਾ। ਮੈਂ ਸਦਾ ਨਿਰੰਕਾਰ ਨੂੰ ਆਪਣੇ ਅੰਗ ਸੰਗ ਰੱਖਦੇ ਹਨ ਤੇ ਸੱਚ ਨਾਲ ਦੋੜਦੇ ਹਨ। ਤੇ ਜਿਹੜੇ ਅਵਗੁਣਿਆਰੀ ਮਨੁੱਖ ਨੇ, ਉਹ ਸਦਾ ਅਵਗੁਣ ਆਪਣੇ ਜੀਵਨ 'ਚ ਗ੍ਰਹਿਣ ਕਰਦੇ ਹਨ। ਅਗਲੀਆਂ ਪੰਕਤੀਆਂ, ਮਨਮੁਖ ਗੁਣ ਤੈ ਬਾਹਰੇ, ਮਨਮੁਖ ਗੁਣ ਤੈ ਬਾਹਰੇ, ਬਿਨ ਨਾਮੈ ਮਰਦੇ ਝੂਰ। ਮਨਮੁਖ, ਜਿਨ੍ਹਾਂ ਦਾ ਮੁਖ ਆਪਣੇ ਮਨ ਵੱਲ ਹੈ, ਜੋ ਆਪਣੀ ਮਨ ਦੀ ਮੱਤ ਪਿੱਛੇ ਤੁਰਦੇ ਹਨ, ਤੇ ਗੁਣ ਤੇ ਬਾਹਰੇ, ਉਹ ਸ਼ੁਭ ਗੁਣਾਂ ਤੋਂ ਬਾਹਰ ਹੋ ਜਾਂਦੇ ਨੇ। ਉਹ ਗੁਣ ਉਹਨਾਂ ਦੇ ਅੰਦਰ ਨਹੀਂ ਟਿਕ ਪਾਉਂਦੇ, ਉਹ ਤੇ ਨਿਤ ਅਵਗੁਣ ਹੀ ਸੋਚਦੇ ਹਨ। ਗੁਨਾਹਾਂ ਵਾਲਾ ਜੀਵਨ ਉਹਨਾਂ ਦਾ ਬਣਦਾ ਹੈ, ਮੈਲੇ ਵਿਚਾਰ ਉਹਨਾਂ ਦੇ ਅੰਦਰ ਜਨਮ ਲੈਂਦੇ ਹਨ। ਬਿਨ ਨਾਮੈ ਮਰਦੇ ਝੂਰ, ਤੇ ਪਰਿਪੂਰਨ ਪਰਮਾਤਮਾ ਦੀ ਸਮਝ ਤੇ ਪ੍ਰੇਮ ਤੋਂ ਬਿਨਾਂ ਨਿਤ ਆਤਮਿਕ ਮੌਤ ਉਹ ਸਹੇੜਦੇ ਹਨ। ਨਿਤ ਉਹਨਾਂ ਦੇ ਅੰਦਰ ਨੈਗੇਟਿਵਿਟੀ ਰਹਿੰਦੀ ਹੈ, ਨੈਗੇਟਿਵ ਵਾਈਬਸ ਉਹਨਾਂ ਦੇ ਅੰਦਰ ਹੁੰਦੀਆਂ ਨੇ। ਹਰ ਵਕਤ ਬੁਰਾ ਸੋਚਣਾ। ਤੁਸੀਂ ਉਹਨਾਂ ਕੋਲ ਬਹਿ ਜਾਓ, ਉਹਨਾਂ ਨੇ ਬਸ ਲੋਕਾਂ ਦੇ ਅਵਗੁਣਾਂ ਦੀਆਂ ਹੀ ਗੰਢਾਂ ਬੰਨ੍ਹ ਕੇ ਤੁਹਾਡੇ ਅੱਗੇ ਰੱਖੀ ਜਾਣੀਆਂ ਨੇ। ਫਲਾਨਾ ਆਹ ਕਰਦਾ, ਫਲਾਨਾ ਤੇਰੇ ਬਾਰੇ ਆਹ ਕਹਿੰਦਾ ਸੀ, ਫਲਾਨਾ ਉਹ ਕਹਿੰਦਾ ਸੀ, ਕਿਉਂਕਿ ਉਹਨਾਂ ਦੇ ਆਪਣੇ ਅੰਦਰ ਉਹ ਅਵਗੁਣ ਨੇ। ਉਹ ਫਿਰ ਇਹ ਸੋਚਦੇ ਨਾਲ ਸਾਡੇ ਇੱਕ ਮੰਡਲੀ ਅਵਗੁਣਾਂ ਦੀ ਬਣੇ। ਇਸੇ ਕਰਕੇ ਉਹਨਾਂ ਕੋਲ ਫਿਰ ਸਮਾਂ ਹੀ ਇੱਕ ਹੀ ਗੱਲ ਹੁੰਦੀ ਹੈ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ, ਕਿਉਂਕਿ ਉਹਨਾਂ ਦੀ ਮੱਤ ਵਿੱਚ ਸੱਚ ਦਾ ਪ੍ਰਗਾਸ ਨਹੀਂ ਹੈ। ਮਨਮੁਖ ਗੁਣ ਤੇ ਬਾਹਰੇ, ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨਮੁਖ ਸਤਿਗੁਰੂ ਦੇ ਗੁਣਾਂ ਤੋਂ ਬਾਹਰ ਹੁੰਦੇ ਨੇ, ਉਹਨਾਂ 'ਚ ਕੋਈ ਗੁਣ ਦੀ ਸਮਾਈ ਨਹੀਂ ਹੁੰਦੀ। ਬਿਨ ਨਾਵੇਂ ਮਰਦੇ ਝੂਰ, ਤੇ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਮਾਇਆ ਦੇ ਝੋਰਿਆਂ ਵਿੱਚ ਝੋਰਦੇ ਹੋਏ ਨਿਤ ਆਤਮਿਕ ਮੌਤ ਸਹੇੜਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਬਸ ਇਹੀ ਰਹਿੰਦਾ ਹੈ, ਕੁਝ ਪਾ ਲਿਆ ਤੇ ਖੁਸ਼ੀ ਕਰ ਲਈ, ਕੁਝ ਨਹੀਂ ਮਿਲਿਆ ਤੇ ਮੈਨੂੰ ਘਾਟਾ ਪੈ ਗਿਆ, ਮੈਂ ਮਰ ਗਿਆ, ਮੈਂ ਲੁੱਟ ਗਿਆ। ਉਹਨਾਂ ਦਾ ਇਹੀ ਰੋਣਾ ਚੱਲਦਾ ਰਹਿੰਦਾ ਹੈ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ। ਕਿੰਨੇ ਪਿਆਰੇ ਬਚਨ ਨੇ। ਸਾਹਿਬ ਕਹਿੰਦੇ ਜਿਨ ਸ਼ਬਦ ਗੁਰੂ ਸੁਣ ਮੰਨਿਆ। ਹੁਣ ਸਾਫ਼ ਕਲੀਅਰ ਗੱਲ ਹੈ, ਬਿਲਕੁਲ ਕਲੀਅਰ। ਸਤਿਗੁਰੂ ਜੀ ਕਹਿੰਦੇ ਮੈਂ ਇੱਥੇ ਕਿਸੇ ਦੇਹ ਦੀ ਗੱਲ ਨਹੀਂ ਕਰ ਰਿਹਾ। ਗੁਰਮਤ ਦੇ ਵਿੱਚ ਦੇਹ ਕਿਸੇ ਵੀ ਸੰਤ ਸਾਧ, ਕਿਸੇ ਪਖੰਡੀ ਨੂੰ ਮੰਨਣ ਦੀ ਗੱਲ ਹੀ ਨਹੀਂ ਗੀ, ਕਿਉਂਕਿ ਸਿੱਖ ਜਿਹੜਾ ਹੈ ਉਹ ਸਿਰਫ ਤੇ ਸਿਰਫ ਸ਼ਬਦ ਗੁਰੂ ਦੇ ਲੜ ਲੱਗਦਾ ਹੈ। ਇਮਾਨਦਾਰੀ ਨਾਲ ਜੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਲੱਗ ਪੈਣ ਨਾ, ਆ ਪਖੰਡੀਆਂ ਦੇ ਡੇਰਿਆਂ ਨੂੰ ਮਿਟਦਿਆਂ ਨੂੰ ਸਮਾਂ ਨਹੀਂ ਲੱਗਣਾ। ਸਮਝਦਾਰ ਲੋਕ ਜੇ ਸਿਆਣੇ ਬਣ ਜਾਣ, ਇਹਨਾਂ ਦੀਆਂ ਦੁਕਾਨਾਂ ਆਪੇ ਬੰਦ ਹੋ ਜਾਣੀਆਂ ਨੇ, ਕਿਉਂਕਿ ਇਹਨਾਂ ਵਿਲੜਾਂ ਨੂੰ ਜਦੋਂ ਮਿਲਣਾ ਕੁਝ ਨਹੀਂ, ਇਹਨਾਂ ਨੂੰ ਕੁਝ ਨਾ ਕੁਝ ਸੋਚਣਾ ਪੈਣਾ। ਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਤਾਂ ਸਮਝ ਆਵੇਗੀ ਜੇ ਤੂੰ ਗੁਰੂ ਸ਼ਬਦ ਨਾਲ ਜੁੜੇਗਾ। ਜਿਨ ਸ਼ਬਦ ਗੁਰੂ, ਜਿਨ੍ਹਾਂ ਨੇ ਸ਼ਬਦ ਗੁਰੂ ਜੀ ਨੂੰ ਸਭ ਦੇ ਵਿੱਚੋਂ ਸਤਿਗੁਰੂ ਕੇ ਉਪਦੇਸ਼ਾਂ ਨੂੰ ਸੁਣ ਮੰਨਿਆ, ਸੁਣ ਕੇ ਮੰਨ ਲਿਆ, ਤਿੰਨ ਮਨ ਧਿਆਇਆ ਹਰ ਸੋਏ। ਉਹਨਾਂ ਨੇ ਫਿਰ ਆਪਣੇ ਮਨ ਦੇ ਵਿੱਚ ਹਰ ਵਕਤ ਪਰਿਪੂਰਨ ਪਰਮਾਤਮਾ ਨੂੰ ਟਿਕਾ ਲਿਆ। ਉਹਨਾਂ ਦਾ ਮਨ ਹਰ ਵਕਤ ਸੁੱਤੇ ਬਹਿੰਦਿਆਂ ਉੱਠਦਿਆਂ
ਉਸਤਤ ਆਪਣਾ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਹਰ ਵਕਤ ਉਹਨੇ ਪ੍ਰਮਾਤਮਾ ਨਾਲ ਉਹ ਜੁੜ ਗਏ। ਅੰਦਿਨ ਭਗਤੀ ਰਤਿਆਂ ਮਨ ਤਨ ਨਿਰਮਲ ਹੋਏ। ਫਿਰ ਹਰ ਵੇਲੇ ਉਹ ਪ੍ਰਭੂ ਦੀ ਭਗਤੀ ਵਿੱਚ ਰੰਗੇ ਰਹਿੰਦੇ ਹਨ। ਉਹਨਾਂ ਨੂੰ ਚੌਂਕੜੇ ਮਾਰ ਕੇ ਲਾਈਟਾਂ ਬੰਦ ਕਰਕੇ ਬਹਿਣ ਦੀ ਲੋੜ ਨਹੀਂ। ਉਹ ਦੁਕਾਨ 'ਤੇ ਬੈਠੇ ਨੇ, ਉੱਥੇ ਵੀ ਉਹਨਾਂ ਦੇ ਚਿੱਤ ਵਿੱਚ ਰੱਬ ਹੈ। ਅਸੀਂ ਇੱਥੇ ਘੱਟ ਨਹੀਂ ਤੋਲਣਾ, ਕਿਸੇ ਨੂੰ ਗਲਤ ਸਮਾਨ ਨਹੀਂ ਦੇਣਾ। ਉਹ ਡਾਕਟਰ ਆ, ਉੱਥੇ ਵੀ ਉਹਦੇ ਅੰਦਰ ਰੱਬ ਬੈਠਾ ਹੈ। ਮੈਂ ਕਿਸੇ ਦੇ ਨਾਲ ਕੋਈ ਧਰੋ ਨਹੀਂ ਕਰਨਾ, ਮੈਂ ਅੰਗ ਵੇਚਣੇ ਨਹੀਂ। ਕੋਈ ਗਰੀਬ ਮੇਰੇ ਕੋਲ ਆਇਆ, ਮੈਂ ਉਹਦੀ ਪਹਿਲ ਦੇ ਆਧਾਰ 'ਤੇ ਮਦਦ ਕਰਨੀ ਹੈ। ਤੁਸੀਂ ਦੇਖ ਲਓ ਕਿ ਦੇਸ਼ ਦਾ ਹਾਲ, ਕੈਸੇ ਨਾਸਤਿਕ, ਕੈਸੇ ਨਪੁੰਸਕ ਲੋਕ ਨੇ ਇਸ ਦੇਸ਼ ਦੇ ਵਿੱਚ। ਇੱਕ ਵਿਹਲੜ ਸਾਧ ਨੂੰ ਸਜ਼ਾ ਹੁੰਦੀ ਹੈ, ਸਾਰੇ ਸੜਕਾਂ 'ਤੇ ਅੱਗ ਲਾ ਦਿੱਤੀ ਜਾਂਦੀ ਹੈ। ਇਸੇ ਹੀ ਦੇਸ਼ ਦੇ ਵਿੱਚ 60 ਬੱਚੇ ਮਾਰ ਦਿੱਤੇ ਜਾਂਦੇ ਨੇ, ਕਤਲ ਕਰ ਦਿੱਤੇ ਜਾਂਦੇ ਨੇ। ਆਕਸੀਜਨ ਤੋਂ ਬਿਨਾਂ ਹਸਪਤਾਲਾਂ ਦੇ ਵਿੱਚ ਕੋਈ ਆਵਾਜ਼ ਨਹੀਂ ਚੁੱਕਦਾ, ਕੋਈ ਸੜਕਾਂ 'ਤੇ ਨਹੀਂ ਆਇਆ, ਕੋਈ ਕੁਝ ਨਹੀਂ ਕਹਿਣ ਆਇਆ। ਕਿਤਨੇ ਬਲਾਤਕਾਰ ਹੋ ਰਹੇ ਨੇ, ਕਿਤਨੇ ਲੋਕਾਂ ਧੀਆਂ ਬੱਚੀਆਂ ਦੇ ਨਾਲ ਕਿਤਨਾ ਵਿਰੋਧ ਕੀਤਾ ਜਾ ਰਿਹਾ ਹੈ, ਕਿਤਨਾ ਉਹਨਾਂ ਦੀਆਂ ਹੱਕਾਂ ਨੂੰ ਮਾਰਿਆ ਜਾ ਰਿਹਾ ਹੈ। ਕਿਤਨੇ ਡੇਲੀ ਦੇ ਵਿੱਚ ਕਿਤਨਿਆਂ ਲੋਕਾਂ ਦੇ ਹੱਕ ਜਿਹੜੇ ਨੇ ਮਾਰੇ ਜਾ ਰਹੇ ਨੇ। ਕੋਈ ਨਹੀਂ ਆਵਾਜ਼ ਚੁੱਕਦਾ, ਕੋਈ ਨਹੀਂ ਗੱਲ ਕਰਦਾ, ਕਿਉਂਕਿ ਉਹ ਮੇਰੇ ਨਾਲ ਨਹੀਂ ਨਾ ਜੁੜੀ। ਹਾਲਾਤ ਇਹ ਨੇ ਅੱਜ। ਤੇ ਸਤਿਗੁਰੂ ਕਹਿੰਦੇ ਐਸੇ ਮਨੁੱਖ ਕਿਵੇਂ ਸੱਚ ਦੀ ਗੱਲ ਕਰਨਗੇ, ਕਿਉਂਕਿ ਉਹਨਾਂ ਦਾ ਮਨ ਤੇ ਮੈਲਾ ਹੈ। ਪਰ ਜਿਹੜੇ ਹਰ ਵਕਤ ਸੁੱਤੇ ਚਿੱਤ, ਜਿਹੜਾ ਗੁਰੂ ਦਾ ਸਿੱਖਿਆ ਨਾ, ਉਹ ਜਿੱਥੇ ਵੀ ਬੈਠਾ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਉਹਦੀਆਂ ਅੱਖਾਂ ਜੇ ਵੇਖਦੀਆਂ ਕਿਸੇ ਦਾ ਹੱਕ ਮਰ ਰਿਹਾ ਹੈ, ਉਹ ਜਾ ਕੇ ਆਵਾਜ਼ ਚੁੱਕਦਾ ਵੀ ਤੇਰਾ ਹੱਕ ਮੈਂ ਤੈਨੂੰ ਦਿਵਾਉਂਗਾ, ਤੇਰੇ ਨਾਲ ਖਲੋਤਾ ਵਾਂ, ਮੈਂ ਫਿਕਰ ਨਾ ਕਰ, ਕਿਉਂਕਿ ਗੁਰੂ ਨਾਨਕ ਦਾ ਸਿੱਖਿਆ। ਗੁਰੂ ਨਾਨਕ ਮੇਰਾ ਇਹ ਸਿਖਾਉਂਦਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਅੰਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਹਰ ਵੇਲੇ ਫਿਰ ਮਨ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਹੈ ਤੇ ਮਨ ਸਦਾ ਫਿਰ ਪਵਿੱਤਰ ਵਿਚਾਰਾਂ ਨੂੰ ਆਪਣੇ ਅੰਦਰ ਜਨਮ ਦਿੰਦਾ ਹੈ। ਪਵਿੱਤਰ ਖਿਆਲ ਐਸੇ ਮਨੁੱਖ ਦੇ ਅੰਦਰ ਪੈਦਾ ਹੁੰਦੇ ਨੇ ਜਿਹਦੇ ਨਾਲ ਉਹਦਾ ਰੋਮ ਰੋਮ, ਅੰਗ ਅੰਗ, ਸਾਰਾ ਸਰੀਰ ਪਵਿੱਤਰ ਹੋ ਜਾਂਦਾ ਹੈ। ਕੂੜਾ ਰੰਗ ਕੁਸੁੰਬ ਕਾ ਬਿਨ ਸਜਾਏ ਦੁਖ ਰੋਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਅਗਲੀ ਗੱਲ ਕਹਿੰਦੇ, ਜਿਹੜਾ ਕੁਸੰਬੜੇ ਦਾ ਫੁੱਲ ਹੁੰਦਾ ਨਾ, ਉਹ ਖਿੜਦਾ ਬੜਾ ਸੋਹਣਾ ਬਾਹਰੋਂ ਲੱਗਦਾ ਹੈ, ਪਰ ਰੰਗ ਉਹਦਾ ਬੜਾ ਕੱਚਾ ਹੁੰਦਾ ਹੈ। ਸਾਹਿਬ ਕਹਿੰਦੇ ਇਵੇਂ ਹੀ ਜਿਹੜੇ ਜੀਵਾਂ ਮਨੁੱਖਾਂ ਨੇ ਬਾਹਰੋਂ ਝੂਠ ਦੇ ਪਰਦੇ ਪਾਏ ਆ ਨਾ, ਭੇਖ ਬਣਾਏ ਨੇ ਧਰਮੀਆਂ ਵਾਲੇ, ਆਪਣੇ ਆਪ ਨੂੰ ਬੜੇ ਵੱਡੇ ਧਰਮੀ ਗਿਆਨੀ ਅਖਵਾਉਂਦੇ ਨੇ, ਜਿਹੜੇ ਬੜੇ ਆਪਣੇ ਆਪ ਨੂੰ ਬਾਹਰੋਂ ਰੱਬ ਦੇ ਭਗਤ ਅਖਵਾਉਂਦੇ ਨੇ, ਬੜੇ ਬਾਹਰੋਂ ਮਿੱਠੇ ਮਿੱਠੇ ਬੋਲ ਬੋਲ ਕੇ ਗੁਣਵਾਨ ਬਣ ਕੇ ਵਿਖਾਉਂਦੇ ਨੇ। ਸਭ ਕਹਿੰਦੇ ਇਹ ਉਸ ਕੁਸੰਬੇ ਦੇ ਫੁੱਲ ਵਰਗੇ ਨੇ। ਜਿਵੇਂ ਕੁਸੰਬੇ ਦੇ ਫੁੱਲ ਤੇ ਪਾਣੀ ਪੈ ਜਾਵੇ ਤੇ ਰੰਗ ਉਤਰ ਜਾਂਦਾ ਹੈ, ਕਹਿੰਦੇ ਐਸੇ ਮਨੁੱਖ ਕੂੜਾ ਰੰਗ ਕੁਸੁੰਬ ਕਾ। ਕਹਿੰਦੇ ਕੁਸੁੰਬੇ ਦਾ ਰੰਗ ਛੇਤੀ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮਾਇਆ ਦੇ ਲਾਲਚ ਵਿੱਚ ਗ੍ਰਸੇ ਹੋਏ ਮਨੁੱਖ, ਪਖੰਡਵਾਦ ਵਿੱਚ ਫਸੇ ਹੋਏ ਮਨੁੱਖ, ਭਰਮ ਜਾਲ ਪੈਦਾ ਕਰਨ ਵਾਲੇ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ, ਠੱਗੀਆਂ ਮਾਰਨ ਵਾਲੇ ਜਿਹੜੇ ਲੋਕ ਨੇ ਨਾ, ਇਹ ਹਾਲ ਉਸ ਕੁਸੰਬੇ ਵਰਗਾ ਹੈ। ਜਦੋਂ ਸੱਚ ਦੇ ਗਿਆਨ ਦਾ ਪਾਣੀ ਪੈਂਦਾ ਹੈ, ਇਹਨਾਂ ਦੇ ਪਾਜ ਉਗੜ ਜਾਂਦੇ ਨੇ ਤੇ ਇਹਨਾਂ ਦੇ ਪਖੰਡ ਜਿਹੜੇ ਸਾਹਮਣੇ ਆ ਜਾਂਦੇ ਨੇ। ਸਾਹਿਬ ਕਹਿੰਦੇ ਐਸੇ ਝੂਠੇ ਮਨੁੱਖ ਸਦਾ ਹੀ ਵਿਕਾਰਾਂ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਤੇ ਦੁਖੀ ਰਹਿੰਦੇ ਹਨ। ਉਹਨਾਂ ਦਾ ਜੀਵਨ ਪਦਾਰਥਵਾਦੀ ਹੀ ਰਹਿੰਦਾ ਹੈ। ਐਸੇ ਪਖੰਡੀ ਮਨੁੱਖ ਪਦਾਰਥਾਂ ਦੇ ਪਿੱਛੇ ਲੱਗ ਕੇ ਕਰਮਕਾਂਡ ਕਰਦੇ ਹਨ, ਪਖੰਡ ਕਰਦੇ ਹਨ, ਪਰ ਅੰਤ ਫੜੇ ਜਾਂਦੇ ਹਨ। ਫਿਰ ਕਿਤੇ ਮੂੰਹ ਵਿਖਾਉਣ ਜੋਗੇ ਵੀ ਨਹੀਂ ਰਹਿੰਦੇ, ਕਿਉਂਕਿ ਕੁਸੁੰਬ ਕੂੜਾ ਰੰਗ ਕੁਸੁੰਬ ਕਾ ਬਿਨ ਸਜਾਏ ਦੁੱਖ ਰੋਏ। ਜਦੋਂ ਇਹ ਕੂੜ ਦਾ ਰੰਗ ਉਤਰਦਾ ਹੈ, ਫਿਰ ਦੁੱਖ ਤਕਲੀਫ ਦਿੰਦਾ ਹੈ, ਪਰੇਸ਼ਾਨੀ ਦਿੰਦਾ ਹੈ ਮਨੁੱਖ ਨੂੰ। ਫਿਰ ਝੂਠ ਇਹਦਾ ਜਦੋਂ ਉਗੜਨ ਲੱਗਦਾ ਹੈ, ਸਮਝ ਆਉਣ ਲੱਗਦੀ ਹੈ, ਬਾਹਰ ਆਉਣ ਲੱਗਦਾ ਹੈ, ਫਿਰ ਇਹਦੇ ਕੋਲ ਮੌਕਾ ਨਹੀਂ ਹੁੰਦਾ ਕਿ ਮੈਂ ਕਿਵੇਂ ਆਪਣੇ ਝੂਠ ਨੂੰ ਲੁਕਾਵਾਂ। ਇਸੇ ਕਰਕੇ ਸਾਹਿਬ ਕਹਿੰਦੇ ਸੱਚ ਦੇ ਰਸਤੇ ਤੇ ਤੁਰ। ਜਿਸ ਅੰਦਰ ਨਾਮ ਪ੍ਰਗਾਸ ਹੈ
ਉਹ ਸਦਾ ਸਦਾ ਥਿਰ ਹੋਏ। ਕਹਿੰਦੇ ਜਿਸ ਦੇ ਮਨ ਅੰਦਰ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਗੁਣਾਂ ਦਾ ਪ੍ਰਗਾਸ਼ ਹੋ ਗਿਆ, ਉਹਨਾਂ ਦਾ ਸਦਾ ਹਿਰਦਾ ਰੂਪੀ ਘਰ ਚਾਨਣ ਨਾਲ, ਗਿਆਨ ਦੇ ਨਾਲ ਪ੍ਰਫੁੱਲਤ ਰਹਿੰਦਾ ਹੈ, ਭਰਿਆ ਰਹਿੰਦਾ ਹੈ। ਉਹ ਸਦਾ ਹੀ ਪਰਿਪੂਰਨ ਪ੍ਰਮਾਤਮਾ ਦੇ ਸਨਮੁਖ ਰਹਿੰਦੇ ਹਨ। ਇਹ ਜਨਮ ਪਦਾਰਥ ਪਾਏ ਕੈ, ਹਰ ਨਾਮ ਨਾ ਚੇਤੈ ਲਿਵ ਲਾਏ। ਫਿਰ ਕਹਿੰਦੇ ਪ੍ਰਾਣੀ, ਜੇ ਤੂੰ ਮਨੁੱਖਾ ਜੀਵਨ ਦੀ ਪ੍ਰਾਪਤ ਕਰਕੇ, ਜੇ ਤੂੰ ਇਹਦੇ ਅੰਦਰ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਰੂਪੀ ਦੌਲਤ ਨੂੰ ਤੂੰ ਨਹੀਂ ਵਸਾਇਆ, ਜੇ ਤੂੰ ਆਪਣੀ ਸੁਰਤ ਨੂੰ ਨਿਰੰਕਾਰ ਵਿੱਚ ਨਹੀਂ ਜੋੜਿਆ, ਫਿਰ ਚੇਤਾ ਰੱਖੀ ਤੈਨੂੰ ਪ੍ਰਮਾਤਮਾ ਦਾ ਨਾਮ ਹਾਸਲ ਨਹੀਂ ਹੋ ਸਕਦਾ। ਤੂੰ ਪ੍ਰਮਾਤਮਾ ਦੇ ਨਾਮਣੇ ਵਾਲਾ ਨਹੀਂ ਬਣ ਸਕਦਾ। ਤੇਰਾ ਜੀਵਨ ਵਿਕਾਰਾਂ ਦੇ ਵਿੱਚ ਹੀ ਤੜਫਦਾ ਰਹੇਗਾ। ਪਗ ਖਸੀਏ ਰਹਿਣਾ ਨਹੀਂ, ਆਗੇ ਠੌਰ ਨਾ ਪਾਏ। ਪਰ ਕਹਿੰਦੇ ਚੇਤਾ ਰੱਖੀ, ਜਦੋਂ ਇਹ ਤੇਰਾ ਪੈਰ ਇਸ ਮਾਇਆ ਦੇ ਚਿੱਕੜ ਦੇ ਵਿੱਚ ਤਿਲਕ ਗਿਆ ਨਾ, ਤੇ ਤੇਰਾ ਇਹ ਸਰੀਰ ਢਹਿ ਪੈਣਾ ਹੈ, ਸੱਟ ਪੇਟ ਲੱਗ ਜਾਣੀ ਹੈ। ਭਾਵ ਇਹ ਸਰੀਰ ਤੇਰਾ ਖਤਮ ਹੋ ਜਾਣਾ ਹੈ। ਇਸ ਜਗਤ ਵਿੱਚ ਕੋਈ ਵੀ ਨਾ ਸਦੀਵੀ ਟਿਕਿਆ ਰਿਹਾ ਹੈ ਤੇ ਨਾ ਕੋਈ ਟਿਕਿਆ ਰਹੇਗਾ। ਪੱਗ ਖਿਸੀਐ, ਪੱਗ ਖਿਸੀਏ ਦਾ ਅਰਥ ਹੈ ਜਦੋਂ ਪੈਰ ਤਿਲਕ ਜਾਵੇ, ਰਹਿਣਾ ਨਹੀਂ। ਚੇਤਾ ਰੱਖੀ, ਇਸ ਸੰਸਾਰ ਦੇ ਵਿੱਚ ਕੋਈ ਵੀ ਨਾ ਰਿਹਾ ਤੇ ਨਾ ਰਹੇਗਾ। ਉਹ ਮਨੁੱਖ ਜਗਤ ਵਿੱਚ ਮਰ ਕੇ ਵੀ ਅਮਰ ਹੋ ਜਾਂਦੇ ਨੇ ਜਿਹੜੇ ਸੱਚ ਦੇ ਰਸਤੇ ਤੇ ਤੁਰਦੇ ਹਨ। ਚੇਤਾ ਰੱਖਿਓ, ਕਬੀਰ ਜੀ ਭਾਵੇਂ, ਭਗਤ ਨਾਮਦੇਵ ਜੀ ਭਾਵੇਂ ਅੱਜ ਮੌਜੂਦ ਨਹੀਂ ਹਨ, ਪਰ ਤਾਂ ਵੀ ਅਮਰ ਨੇ। ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਕਿਉਂਕਿ ਉਹ ਸੱਚ ਤੇ ਹੱਕ ਤੇ ਖਲੋਤੇ ਨੇ। ਜਿਹੜੇ ਮਨੁੱਖ ਵਿਕਾਰਾਂ ਦੀ ਜ਼ਿੰਦਗੀ ਜਿਉਂਦੇ ਰਹੇ, ਵਿਕਾਰਾਂ ਦੇ ਚਿੱਕੜ ਦੇ ਦਲਦਲ ਵਿੱਚ ਫਸਦੇ ਗਏ, ਸਭ ਕਹਿੰਦੇ ਉਹ ਮਨੁੱਖ ਖੁਆਰ ਹੁੰਦੇ ਰਹੇ। ਹੇ ਮਨੁੱਖ, ਇਸ ਕਰਕੇ ਚੇਤੇ ਕਰ, ਪੱਗ ਖਿਸੀਐ ਰਹਿਣਾ ਨਹੀਂ, ਅੱਗੇ ਠੌਰ ਨਾ ਪਾਏ। ਜਦੋਂ ਇਹ ਪੈਰ ਤਿਲਕ ਗਿਆ ਨਾ, ਇਹ ਸਰੀਰ ਢਹਿ ਜਾਣਾ ਹੈ। ਫਿਰ ਇੱਥੇ ਜਗਤ ਵਿੱਚ ਟਿਕਿਆ ਨਹੀਂ ਜਾ ਸਕੇਗਾ। ਤੇ ਨਾਮ ਤੋਂ ਸਖਣੇ, ਗੁਰੂ ਦੇ ਹੁਕਮ ਤੋਂ ਸਖਣੇ। ਨਾਮ ਦਾ ਚੇਤਾ ਰੱਖਿਓ, ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਸ਼ਬਦ ਆਉਂਦਾ ਹੈ। ਗੁਰੂ ਸਾਹਿਬ ਜੀ ਨੇ ਨਾਮ ਦੇ ਅਰਥ ਇੱਕੋ ਨਾਮ ਹੁਕਮ ਹੈ, ਹੁਕਮ ਤੇ ਰਜ਼ਾ ਤੇ ਭਾਣੇ ਦੇ ਕੀਤੇ ਹਨ। ਜਿਹੜਾ ਹੁਕਮ ਤੇ ਰਜ਼ਾ ਤੇ ਭਾਣੇ 'ਚ ਤੁਰਦਾ ਹੈ, ਹਰ ਵਕਤ ਪ੍ਰਮਾਤਮਾ ਦੇ ਉਪਦੇਸ਼, ਗੁਰੂ ਗ੍ਰੰਥ ਸਾਹਿਬ ਗੁਰੂ ਉਪਦੇਸ਼ ਜੀਵਨ 'ਚ ਵਸਾਉਂਦਾ ਹੈ, ਉਹਨੂੰ ਫਿਰ ਸੱਚ ਦਾ ਰਸਤਾ ਮਿਲਦਾ ਹੈ। ਉਹ ਵੇਲਾ ਹੱਥ ਨਾ ਆਵਈ, ਅੰਤ ਗਿਆ ਪਛੋਤਾਏ। ਕਹਿੰਦੇ ਜਦੋਂ ਮੌਤ ਆ ਘੇਰਦੀ ਆ ਨਾ ਮਨੁੱਖ ਨੂੰ, ਫਿਰ ਮਨੁੱਖ ਦੇ ਕੋਲ ਸੋਚਣ ਦਾ ਸਮਾਂ ਨਹੀਂ ਰਹਿੰਦਾ। ਫਿਰ ਹੱਥੋਂ ਮਨ ਨੂੰ ਸਮਾਂ ਲੰਘ ਗਿਆ ਹੈ, ਫਿਰ ਉਸ ਵੇਲੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ, ਹੋਰ ਕੁਝ ਨਹੀਂ। ਜਿਸ ਨਦਰ ਕਰੇ ਸੋ ਉਭਰੈ, ਹਰ ਸੇਤੀ ਲਿਵ ਲਾਏ। ਫਿਰ ਕਹਿੰਦੇ ਹੇ ਮਨੁੱਖ, ਕੋਸ਼ਿਸ਼ ਕਰ ਤੂੰ ਉਹਦੀ ਨਦਰ ਦਾ ਪਾਤਰ ਬਣ ਜਾਵੇਂ। ਮਿਹਨਤ ਕਰ, ਸੱਚ ਦੇ ਰਸਤੇ ਨੂੰ ਅਪਣਾ, ਗੁਰੂ ਦੇ ਹੁਕਮ ਤੇ ਤੁਰ। ਫਿਰ ਕੀ ਹੋਵੇਗਾ? ਉਹ ਤੈਨੂੰ ਇਹਨਾਂ ਵਿਕਾਰਾਂ ਦੀ ਦਲਦਲ ਵਿੱਚੋਂ ਬਾਹਰ ਕੱਢ ਲਵੇਗਾ ਤੇ ਸਦਾ ਵਾਸਤੇ ਤੇਰਾ ਚਿੱਤ ਚੰਗੇ ਗੁਣਾਂ ਦੇ ਵਿੱਚ ਲੱਗੇਗਾ ਤੇ ਵਿਕਾਰਾਂ ਤੋਂ ਜੀਵਨ ਦੀ ਖਲਾਸੀ ਹੋ ਜਾਵੇਗੀ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਸਤਿਗੁਰੂ ਕਹਿੰਦੇ ਨੇ, ਪਰ ਸੰਸਾਰ ਦੇ ਵਿੱਚ ਨਾ ਵਿਖਾਵਾ ਬਹੁਤ ਹੈ। ਇੱਕ ਮਨੁੱਖ ਤੁਰਿਆ, ਬਾਕੀ ਭੇਡਾਂ ਬਣ ਕੇ ਪਿੱਛੇ ਤੁਰ ਪਈਆਂ। ਇੱਕ ਮਨੁੱਖ ਨੇ ਕੋਈ ਬਾਣਾ ਪਾਇਆ, ਦੂਜੇ ਨੇ ਸਾਰਿਆਂ ਨੇ ਉਹੋ ਜਿਹਾ ਪਾ ਲਿਆ। ਸਭ ਕਹਿੰਦੇ ਰੀਸ ਬਹੁਤ ਕੀਤੀ ਜਾ ਰਹੀ ਹੈ। ਰੀਸਾਂ ਤੱਕ ਹੀ ਹੈ, ਫਲਾਣੇ ਨੇ ਉਹ ਜੀ ਫਲਾਣੇ ਮਹਾਂਪੁਰਖਾਂ ਦੇ ਜਾਂਦਾ ਹੈ, ਭੀੜਾਂ ਦੀਆਂ ਭੀੜਾਂ ਤੁਰੀਆਂ ਨੇ, ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਤੁਰੀਆਂ ਨੇ। ਕਿਸੇ ਨੂੰ ਨਹੀਂ ਪਤਾ ਕਿ ਉੱਥੇ ਹੈ ਕੀ ਹੈ। ਸੱਚ ਜਾਣਿਓ, ਅੱਜ ਜਿੰਨੀਆਂ ਗੋਇੰਦਵਾਲ ਸਾਹਿਬ ਦੇ ਵਿੱਚ ਮੇਲਾ ਚੱਲ ਰਿਹਾ ਹੈ, ਹਰ ਜਗ੍ਹਾ ਲੰਗਰ ਲੱਗੇ ਹੋਏ ਨੇ, ਟਰਾਲੀਆਂ ਦੀਆਂ ਭਰ ਭਰ ਕੇ ਗਈ ਗੋਇੰਦਵਾਲ ਸਾਹਿਬ ਚੱਲੇ ਆ ਜੀ। ਮੇਲਾ ਲੱਗਾ ਹੈ। ਚਮਕੌਰ ਦੀ ਗੜੀ, ਜਿੱਥੇ ਜਾ ਕੇ ਅਸੀਂ ਉਸ ਸਾਕੇ ਨੂੰ ਚੇਤੇ ਕਰਨਾ ਸੀ ਜਿਹਨੂੰ ਕਤਲਗਾਹ ਕਿਹਾ ਗਿਆ ਸੀ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜ਼ਿਗਰਾਂ ਦਾ ਕਤਲ ਕੀਤਾ ਗਿਆ, ਕਹਿੰਦਾ ਹੈ ਅੱਲਾ ਯਾਰ ਖਾਂ ਜੋਗੀ। ਉੱਥੇ ਵੀ ਮੇਲੇ ਲਾ ਦਿੱਤੇ। ਦੇਖੋ,
ਪੀਪਨੀਆਂ ਵਜਾਈ ਜਾਂਦੇ ਨੇ ਨੌਜਵਾਨ, ਸਕੈਸਟਾਂ ਲੱਗੀਆਂ ਨੇ, ਡੀਜੇ ਲੱਗੇ ਨੇ। ਆ ਲੰਗਰਾਂ ਤੇ ਤੁਸੀਂ ਦੇਖ ਲਿਓ, ਸੜਕਾਂ ਤੇ ਜਾਂਦੇ ਟਰਾਲੀਆਂ ਤੇ ਜਗ੍ਹਾ ਜਗ੍ਹਾ ਲੰਗਰ ਲਾਏ ਨੇ, ਡੀਜੇ ਲੱਗੇ ਨੇ ਨਾਲ। ਕੀ ਪੇਸ਼ ਕਰਨਾ ਚਾਹੁੰਦੇ ਆ, ਕੀ ਸਾਬਤ ਕਰਨਾ ਚਾਹੁੰਦੇ ਆ? ਸਾਡੀ ਕੌਮ ਜੇ ਲੰਗਰ ਖਵਾਉਣ ਤੁਰੀ ਤੇ ਲਾਈਨਾਂ ਦੀਆਂ ਲਾਈਨਾਂ ਲੰਗਰਾਂ ਦੀਆਂ ਲਾਤੀਆਂ। ਜੇ ਨਗਰ ਕੀਰਤਨਾਂ ਵੱਲ ਤੁਰੀ, ਨਗਰ ਕੀਰਤਨਾਂ ਦਾ ਅੰਤ ਕੋਈ ਨਹੀਂ। ਇੰਨਾ ਪੈਸਾ, ਇੰਨਾ ਸਰਮਾਇਆ ਸੜਕਾਂ ਦੇ ਉੱਪਰ ਉੜਤਾ। ਮਾਫ ਕਰਨਾ, ਮੇਰੀ ਗੱਲ ਨੂੰ ਨੈਗੇਟਿਵਿਟੀ 'ਚ ਨਾ ਲੈਣਾ। ਮੈਂ ਜਿਹੜੀ ਗੱਲ ਇੱਥੇ ਕਰਨਾ ਚਾਹੁੰਦਾ, ਜੇ ਇੰਨਾ ਪੈਸਾ ਅਸੀਂ ਸਹੀ ਬੰਨੇ ਲਾਈਏ, ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਲਾਈਏ, ਸਾਡੇ ਕੋਲ ਆਪਣੇ ਬੱਚਿਆਂ ਦੇ ਐਜੂਕੇਸ਼ਨ ਸੈਂਟਰ ਹੋਣ, ਕਾਲਜ ਯੂਨੀਵਰਸਿਟੀਆਂ ਹੋਣ, ਅਸੀਂ ਬਹੁਤ ਪ੍ਰਾਪਤੀ ਕਰ ਸਕਦੇ ਹਾਂ। ਤੇ ਸਭ ਕਹਿੰਦੇ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਭ ਕੁਝ ਵਿਖਾਵੇ ਦੀ ਖਾਤਰ ਕਰਦੇ ਹਨ, ਪਰ ਸਹੀ ਜੀਵਨ ਜਿਉਣ ਦੀ ਸਮਝ ਉਹਨਾਂ ਨੂੰ ਨਹੀਂ ਆਉਂਦੀ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਕਿੰਨੇ ਪਿਆਰੇ ਬਚਨ ਨੇ। ਕਹਿੰਦੇ ਜੇ ਹਿਰਦੇ ਵਿੱਚ ਨਿਰਮਲਤਾ ਹੀ ਆ ਨਾ, ਜੇ ਮੈਲੇ ਹਿਰਦੇ ਨਾਲ ਸੇਵਾ ਕਰ ਰਿਹਾ ਹੈ, ਮਨ ਮੈਲੇ ਸਭ ਕੁਛ ਮੈਲਾ। ਜੇ ਨਿਰਮਲ ਹਿਰਦੇ ਨਾਲ ਸੇਵਾ ਕਰ ਰਿਹਾ ਹੈ, ਉਹਦੀ ਤਾਂ ਉਹ ਸੇਵਾ ਪ੍ਰਵਾਨ ਹੈ। ਜਿਸ ਗੁਰੂ ਦੇ ਸਨਮੁਖ ਰਹਿ ਕੇ, ਜਦੋਂ ਗੁਰੂ ਦਾ ਸਿੱਖ ਗੁਰੂ ਉਪਦੇਸ਼ਾਂ ਦੇ ਨਾਲ ਆਪਣੇ ਹਿਰਦੇ ਨੂੰ ਨਿਰਮਲ ਕਰਦਾ ਹੈ, ਤਾਂ ਹੀ ਉਹਦੀ ਸੇਵਾ ਗੁਰੂ ਜੀ ਦੇ ਘਰ ਪ੍ਰਵਾਨ ਹੁੰਦੀ ਹੈ। ਹਰ ਗੁਣ ਗਾਵੈ ਹਰ ਨਿਤ ਪੜ੍ਹੈ, ਹਰ ਗੁਣ ਗਾਏ ਸਮਾਏ। ਫਿਰ ਐਸਾ ਮਨੁੱਖ ਹਰ ਵਕਤ ਪਰਿਪੂਰਨ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਕਰਦਾ ਹੈ, ਗੁਰਬਾਣੀ ਦੀ ਵਿਚਾਰ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਉਪਦੇਸ਼ ਗੁਰੂ ਦੇ ਜੀਵਨ 'ਚ ਕਮਾਉਂਦਾ ਹੈ, ਤੇ ਸਦਾ ਹੀ ਸੱਚ ਦੇ ਰਸਤੇ ਤੇ ਤੁਰਦਾ ਹੈ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਸਹਿਬ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਦੀ ਹੀ ਵਿਚਾਰ ਫਿਰ ਮੁਖ ਤੋਂ ਨਿਕਲੇ ਬੋਲ ਸਦੀਵੀ ਅਟਲ ਹੁੰਦੇ ਨੇ, ਸਦਾ ਸੱਚੇ ਰਹਿੰਦੇ ਨੇ, ਜੋ ਪਰਿਪੂਰਨ ਪਰਮਾਤਮਾ ਨਾਲ ਆਪਣਾ ਚਿੱਤ ਜੋੜਦੇ ਹਨ, ਕਿਉਂਕਿ ਉਹਨਾਂ ਦੇ ਚਿੱਤ 'ਚੋਂ ਨਿਰਮਲ ਖਿਆਲ ਨਿਕਲਦੇ ਹਨ। ਹੁਣ ਰਹਾਉ ਦਾ ਬੰਦ ਤੇ ਆਖਰੀ ਬੰਦ ਨੂੰ ਜੋੜ ਕੇ ਦੇਖੋ। ਰਹਾਉ ਦੇ ਬੰਦ ਵਿੱਚ ਸਾਹਿਬ ਕਹਿੰਦੇ, ਜੇ ਤੂੰ ਆਪਣੇ ਮਨ ਨੂੰ ਨਿਰਮਲ ਕਰਨਾ ਚਾਹੁੰਦਾ ਹੈ ਤੇ ਗੁਰੂ ਸ਼ਬਦ ਨਾਲ ਜੁੜ। ਹੁਣ ਆਖਰੀ ਪੰਕਤੀ ਵਿੱਚ ਜਵਾਬ ਦੇ ਰਿਹਾ, ਕਹਿੰਦੇ ਜਦੋਂ ਨਿਰਮਲ ਮਨ ਦੇ ਵਿੱਚੋਂ ਨਿਰਮਲ ਖਿਆਲ ਨਿਕਲਦੇ ਹਨ, ਉਹ ਖਿਆਲ ਅਮਰ ਹੋ ਜਾਂਦੇ ਹਨ, ਉਹ ਬਾਣੀ, ਉਹ ਸ਼ਬਦ ਅਮਰ ਹੋ ਜਾਂਦੇ ਹਨ, ਤੇ ਐਸੇ ਮਨੁੱਖ ਫਿਰ ਹਰ ਵਕਤ ਗੁਰੂ ਹੁਕਮਾਂ ਦੇ ਵਿੱਚ ਤੁਰ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਹਨ। ਸੋ ਸ਼ਬਦ ਅੱਜ ਦਾ 37 ਨੰਬਰ ਸ਼ਬਦ ਸ਼੍ਰੀ ਰਾਗ ਦੇ ਵਿੱਚੋਂ ਵਿਚਾਰਿਆ। ਸ਼ਬਦ ਕਾਫੀ ਲੰਬਾ ਹੈ, ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਜਿਤਨੇ ਵੀ ਸ਼ਬਦ ਨੇ ਹੈਗੇ 5 ਬੰਦਾਂ ਦੇ ਹੀ ਨੇ, ਪਰ 3-3 ਤੁਕਾਂ ਦੇ ਨੇ, 3-3 4-4 ਤੁਕਾਂ ਦੇ ਨੇ। ਸ਼ਬਦ ਲੰਬੇ ਨੇ, ਕਿਉਂਕਿ ਇੱਕ ਬੰਦ ਦੇ ਵਿੱਚ ਬਹੁਤ ਕੁਝ ਗੁਰੂ ਅਮਰਦਾਸ ਸਾਹਿਬ ਜੀ ਕਹਿਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੀ ਲਾਈਫ ਦਾ ਜਿਹੜਾ ਐਕਸਪੀਰੀਅੰਸ ਆ, ਉਹ ਸਾਡੇ ਨਾਲ ਇੰਨੇ ਪਿਆਰ ਨਾਲ ਸ਼ੇਅਰ ਕਰਦੇ ਨੇ, ਹਰ ਗੱਲ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਨੇ, ਨਿੱਕੀ ਤੋਂ ਨਿੱਕੀ ਗੱਲ ਵੀ ਉਹ ਸਾਡੇ ਨਾਲ ਡਿਸਕਸ ਕਰਦੇ ਨੇ। ਇਸ ਕਰਕੇ ਮੇਰੀ ਕੋਈ ਇੰਨੀ ਮੱਤ ਜਾਂ ਸਮਝ ਜਾਂ ਸੂਝ ਨਹੀਂ ਗੀ ਕਿ ਮੈਂ ਇੰਨੀ ਡੂੰਘੀ ਚੁੱਭੀ ਲਾ ਸਕਾਂ। ਮੈਂ ਤੇ ਸਿਰਫ ਉੱਪਰੋਂ ਜਿਵੇਂ ਕਹਿ ਲਓ ਨਾ ਕਿ ਵੀ ਇੱਕ ਉੱਪਰ ਦੀਆਂ ਤਾਰੀਆਂ ਲਾਉਣ ਵਾਲਾ ਹੀ ਤਾਰੂ ਹਾਂ ਹਜੇ, ਤੇ ਜੋ ਉੱਪਰੋਂ ਕੁਝ ਲੱਭਦਾ ਹੈ ਉਹ ਖੱਪਰ 'ਚ ਪਾ ਕੇ ਤੁਹਾਡੇ ਨਾਲ ਸਾਂਝ ਪਾ ਲੈਣਾ ਹੈ। ਇਹ ਤੋਂ ਵੀ ਬਹੁਤ ਡੂੰਘਾ ਸ਼ਬਦ ਆ ਇਹ ਜਿਹੜਾ ਸ਼ਬਦ। ਇਹ ਨਾ ਸੋਚਿਓ ਕਿ ਇੱਥੇ ਗੱਲ ਮੁੱਕ ਗਈ ਹੈ, ਬਹੁਤ ਡੂੰਘਾ ਗੋਤਾ ਹੈ। ਹਜੇ ਸਾਡੀ ਗੱਲ ਪਕੜ 'ਚ ਨਹੀਂ ਆ ਰਹੀ ਜਿਹੜੀ ਇਹਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਸਾਂਝੀ ਕਰਨਾ ਚਾਹੁੰਦੇ ਨੇ। ਕੋਸ਼ਿਸ਼ ਕਰਦੇ, ਕਿਉਂਕਿ ਸਮੇਂ ਦੀ ਘੜੀ ਦੌੜੀ ਜਾਂਦੀ ਹੈ, ਇਸ ਕਰਕੇ ਕਈ ਵਾਰੀ ਸਪੀਡ ਥੋੜੀ ਜਿਹੀ ਜ਼ਿਆਦਾ ਬਣ ਜਾਂਦੀ ਹੈ ਬੋਲਣ ਦੀ, ਕਿਉਂਕਿ ਮੇਰਾ ਇਹ ਭਾਵਨਾ ਹੁੰਦੀ ਹੈ ਕਿ ਹੱਦ 50 ਮਿੰਟ ਤੱਕ ਹੀ ਗੱਲ ਚੱਲੇ, ਅੱਗੇ ਨਾ ਜ਼ਿਆਦਾ ਵਧੇ। ਪਰ ਕਈ ਵਾਰੀ ਸ਼ਬਦ ਲੰਬਾ ਹੋਣ ਕਰਕੇ ਉਹਦਾ ਮੌਕਾ ਵੀ ਲੱਭੀਦਾ ਹੈ ਕਿ ਤੇ ਥੋੜਾ ਜਿਹਾ ਸ਼ਬਦ ਖੋਲੀਏ ਵੀ, ਕਿਉਂਕਿ ਜੇ ਟਰਾਂਸਲੇਸ਼ਨ ਹੀ ਕਰਨੀ ਹੈ ਤੇ ਉੱਤੇ ਵੈਬਸਾਈਟਾਂ ਤੇ ਪਈ ਹੈ। ਚਾਹੀਦਾ ਹੈ ਕਿ ਸੱਚ ਦੀ ਗੱਲ ਤੁਹਾਡੇ ਤੱਕ ਪਹੁੰਚਾਈ ਜਾਵੇ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਜੀ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।